कथन करना बहुत औखा है, ਉਹਦੇ ਬਾਰੇ ਦੱਸਣਾ बहुत औखा है। इस करके रब जियां ने दो रूप ने अपने, एक निर्गुण एक सरगुण। सरगुण का अर्थ हुंदा जिहड़ा सामने प्रतख सानू दिसदा है, ते निर्गुण का अर्थ हुंदा है जिहड़ा हैगा मौजूद है पर दिस नहीं रहा, दिस नहीं रहा पर हैगा है। इस करके ये दो स्वरूप ने, निर्गुण ते सरगुण। जिवें गुरबाणी दे विच एक शब्द है सचखंड वसै निरंकार। वो जिहड़ा निरंकार है वसता है उत्थे हैगा है, क्योंकि जे गुरबाणी ने सानू दस्सिया है ते वो अकाल पुरख परमात्मा सचखंड दे विच विराजमान है। सचखंड वसै निरंकार। महाराज कहते ने अकाल पुरख परमात्मा उत्थे बैठा है, पर ओनू वेखण दी शक्ति जां उत्थे तक पहुंचण दी साडे अंदर वो ताकत नहीं हैगी। सो इस करके अकाल पुरख परमात्मा ने फिर अपना सार स्वरूप जिहड़ा है वो संसार दे विच कीता। सरगुण स्वरूप की है? दया, धर्म, संतोख, सबर। हुण ये दया जिहड़ी है, संतोख, सबर जिहड़ा है, ये मनुख दे विच है, मनुखी शरीर ढांचे दे विच है। ते जे सरगुण स्वरूप संसार दे विच आके समझावेगा ते जिवें संसार दे अनेकां लोक वहमां जां भरमां दे विच जां भटके होए सन, ते सतगुरु जी भाई गुरदास जी इस गल दी गवाही भरदे ने कि महाराज गुरु नानक साहिब सच्चे पातशाह जी नूं आप अकाल पुरख परमात्मा जी ने अपने शरीर दे विचों, अपनी जोत दे विचों, जां इउं कह ले कि रब कला धार के, शरीर धार के इस संसार दे विच आया है। सो जिहड़ा गुरु नानक साहिब जी रब जपन नूं कहते ने, उस रब तक साडी पहुंच नहीं हैगी। जिहड़े रब नाल ਉਹ ਦਇਆ ਜਾਂ ਸੰਸਾਰ ਦੇ ਵਿੱਚ ਮਿੱਠ ਬੋਲਣਾ ਕਹਿਣਾ ਚਾਹੁੰਦੇ ਨੇ, ਉਹਦੇ ਨਾਲ ਸਾਡੀ ਪ੍ਰੀਤ ਵੀ ਹੈ। ਕਿਉਂਕਿ ਜਿਸ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਅਸੀਂ ਜਪਦੇ ਹਾਂ, ਉਹ ਗੁਰੂ ਨਾਨਕ ਸਾਹਿਬ ਰੱਬ ਨਹੀਂ ਹੈਗਾ। ਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪਰਮਾਤਮਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਅਕਾਲ ਰੱਬ ਹੈ, ਉਸ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ ਹੈਗੀ। महाराज जी कहते कि वो अकाल है, नाल मूर्त भी शब्द ला दिता कि वो अकाल मूर्त है। ओदी जिहड़ी मूर्ति है वो अकाल है, समय तो रहत है। इहदा मतलब परमात्मा दा भी कोई शरीर हैगा है, मूर्ति मूर्त, जिसनूं गुरबाणी दे विच शब्द आया है कि सोहणे नक नंबड़े वाला। अकाल पुरख परमात्मा जी का मुखड़ा सोहना है, नक सोहना है, ते लंबे उहदे केस। कबीर साहब जी भी इस गल की गवाही भरते ने, केसो केसो कीए ना सोइए आसार, राव दिवस के कूकने के सुने पुकार। कहते रात दिन दे नाल उहनूं आवाजां, वो कदी तां पुकार तेरी सुनेगा ना। उस अकाल पुरख परमात्मा जी नूं मन दे विच रख। ते कबीर साहब जी सारा संसार जिहड़ा है वो कोई लकड़ी दी माला, कोई अपने हाथ दे विच दी माला, किसी ने अपने हाथ च मोतियां दी माला, वखरे वखरे तरीके वखरे वखरे ने माला नूं फवाउण। कि माला हुण जिहड़ी जपनी है
ਉਹ ਜਪਣੀ ਕੀ ਕਰ ਸਕਦੀ ਹੈ? ਭਾਵੇਂ ਉਹ ਲੋਹੇ ਦੀ ਹੋਵੇ, ਉਹ ਕੱਚ ਦੀ ਹੋਵੇ, ਭਾਵੇਂ ਉਹ ਲੱਕੜੀ ਦੀ ਹੋਵੇ, ਤੇ ਭਾਵੇਂ ਉਹ ਕਿਸੇ ਕੋਟਨ ਦੀ ਧਾਗਿਆਂ ਦੀ ਬਣਾਈ ਹੋਵੇ। ਅਸਲ ਦੇ ਵਿੱਚ ਇਹ ਧਾਰਮਿਕ ਇੱਕ ਵਿਖਾਵਾ ਹੈ, ਧਾਰਮਿਕ ਵਿਖਾਵਾ ਸੰਸਾਰ ਨੂੰ ਠੱਗਣ ਦਾ। ਕਿਉਂਕਿ ਅਕਾਲ ਪੁਰਖ ਪਰਮਾਤਮਾ ਜਿਹੜਾ ਨਿਰਗੁਣ ਸਾਨੂੰ ਦਿਸ ਨਹੀਂ ਰਿਹਾ, ਉੱਥੋਂ ਤੱਕ ਸਾਡੀ ਪਹੁੰਚ ਨਹੀਂ ਹੈਗੀ, ਪਰ ਕੋਈ ਤਾਂ ਹੋਏਗਾ ਨਾ ਜਿਹੜਾ ਉਸ ਬਾਰੇ ਦੱਸੇਗਾ ਸਾਨੂੰ। ਕੋਈ ਤਾਂ ਹੋਵੇਗਾ ਜਿਹੜਾ ਸਾਨੂੰ ਉਸ ਛੁਪੇ ਹੋਏ ਪਰਮਾਤਮਾ ਜੀ ਦੇ ਬਾਰੇ ਦੱਸੇਗਾ। ਫਿਰ ਜਿਨ੍ਹਾਂ ਨੇ ਦੱਸਿਆ ਉਹਨਾਂ ਨੇ ਇੱਕੋ ਹੀ ਗੱਲ ਕਿ ਸੰਸਾਰ ਦੇ ਵਿੱਚ ਕਹਿ ਦਿੱਤੀ, ਕਹਿੰਦੇ ਜਿਹੜਾ ਸਾਹਮਣੇ ਪਿਆ ਹੋਇਆ ਅਸੀਂ ਪੂਜ ਰਹੇ ਹਾਂ ਉਹ ਰੱਬ ਨਹੀਂ ਹੈਗਾ, ਉਹ ਰੱਬ ਨਹੀਂ ਹੈਗਾ, ਪਰ ਉਹਦੇ ਰਾਹੀਂ ਅਸੀਂ ਰੱਬ ਨੂੰ ਪ੍ਰਾਪਤ ਕਰ ਸਕਦੇ ਹਾਂ। ਮਹਾਰਾਜ ਇਸ ਕਰਕੇ ਕਹਿੰਦੇ ਨੇ ਕਿ ਤੂੰ ਸ਼ਬਦ ਦੇ ਵਿੱਚ ਵੇਖ, ਸ਼ਬਦ ਦੇ ਰਾਹੀਂ, ਕਿ ਜਿਵੇਂ ਗੁਰਬਾਣੀ ਨੇ ਕਿਹਾ ਕਿ ਪੱਥਰ ਦੇ ਵਿੱਚ ਰੱਬ ਨਹੀਂ ਹੈਗਾ, ਪੱਥਰ ਜਿਹੜਾ ਹੈ ਉਹਦੇ ਵਿੱਚ ਪ੍ਰਮਾਤਮਾ ਨਹੀਂ ਹੈਗਾ, ਪਰ ਇੱਕ ਪਾਸੇ ਗੁਰਬਾਣੀ ਹੀ ਇਸ ਗੱਲ ਦੀ ਗਵਾਹੀ ਕਹਿੰਦੀ ਹੈ ਕਿ ਘਟ ਘਟ ਮੈਂ ਹਰ ਜੂ ਬਸੈ, ਸਾਰੇ ਪਾਸੇ ਪ੍ਰਮਾਤਮਾ ਰਮਿਆ ਹੋਇਆ ਹੈ, ਹਰ ਇੱਕ ਥਾਂ ਦੇ ਉੱਪਰ ਜ਼ਰੇ ਜ਼ਰੇ ਦੇ ਵਿੱਚ ਪ੍ਰਮਾਤਮਾ ਮੌਜੂਦ ਹੈ। ਪਰ ਇੱਕ ਪਾਸੇ ਗੁਰਬਾਣੀ ਇਹ ਗੱਲ ਕਹਿੰਦੀ ਕਿ ਪੱਥਰ ਵਿੱਚ ਰੱਬ ਨਹੀਂ ਹੈਗਾ। ਜਿਹੜਾ ਅਕਾਲ ਪੁਰਖ ਪਰਮਾਤਮਾ ਸੱਤਿਆ ਜਿਹੜੀ ਟਿਕਾਈ ਹੋਈ ਹੈ, ਪੰਜਾਂ ਤੱਤਾਂ ਦਾ ਜਿਹੜਾ ਸਰੀਰ, ਜਿਵੇਂ ਕਹਿ ਸਕਦੇ ਹਾਂ ਅੱਗ, ਅਗਨੀ, ਪਾਣੀ, ਹਵਾ ਸੰਸਾਰ ਦੇ ਵਿੱਚ, ਪਰ ਜੇ ਅਸੀਂ ਹਵਾ ਨੂੰ ਰੱਬ ਮੰਨ ਕੇ ਬਹਿ ਗਏ ਤਾਂ ਫਿਰ ਤਾਂ ਸਾਡਾ ਉਤਾਰਾ ਨਹੀਂ ਨਾ ਹੋਣਾ। ਜੇ ਅਸੀਂ ਅੱਗ ਨੂੰ ਰੱਬ ਮੰਨ ਕੇ ਬਹਿ ਗਏ, ਕਿਉਂਕਿ ਇਸੇ ਦੇ ਵਿੱਚ ਇਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਨੇ, ਇਹਨਾਂ ਵਿੱਚ ਪਰਮਾਤਮਾ ਮੌਜੂਦ ਹੈ, ਪਰ ਜੇ ਅਸੀਂ ਅੱਗ ਨੂੰ ਹੀ ਰੱਬ ਮੰਨ ਕੇ ਬਹਿ ਗਏ ਤਾਂ ਫਿਰ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਜੋ ਸਾਡਾ ਨਿਰਗੁਣ, ਜੋ ਅਕਾਲ ਪੁਰਖ ਪਰਮਾਤਮਾ ਜੀ ਦਾ ਨਿਰਗੁਣ ਸਰੂਪ ਹੈ, ਉੱਥੋਂ ਤੱਕ ਪਹੁੰਚਣਾ ਫਿਰ ਬਹੁਤ ਔਖਾ ਹੈ। ਜੇ ਅਸੀਂ ਹਵਾ ਨੂੰ ਪੂਜਣ ਲੱਗ ਪਏ, ਹਵਾ ਦੀ ਪੂਜਾ ਕਰਨ ਲੱਗ ਪਏ, ਜਾਂ ਅਸੀਂ ਪਾਣੀ ਦੀ ਪੂਜਾ ਕਰਨ ਲੱਗ ਪਵੇ, ਇਸ ਤਰੀਕੇ ਦੇ ਨਾਲ ਤਾਂ ਅਸੀਂ ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚ ਨਹੀਂ ਸਕਦੇ, ਸਗੋਂ ਆਪਣੇ ਸਵਾਸ ਨੂੰ ਅਜਾਈ ਚਲੇ ਜਾਵਾਂਗੇ। ਇਸ ਕਰਕੇ ਇਹ ਸਾਰਾ ਸੰਸਾਰ ਜਿਹੜਾ ਨਾ, ਇਹ ਇੱਕ ਵਰਤੋਂ ਦੇ ਤੌਰ ਤੇ ਹੈ, ਔਰ ਉਸ ਦੀ ਵਰਤੋਂ ਕਿੰਨੇ ਕਰਨੀ ਹੈ? ਇਸ ਮਨੁੱਖ ਨੇ, ਹੋਰ ਜੀਵ ਜੰਤੂਆਂ ਨੇ, ਪਰ ਉਹ ਜਿਹੜੀ ਹੈ ਵਰਤੋਂ ਰੱਬ ਨਹੀਂ ਹੋ ਸਕਦੀ ਕਦੀ, ਅਕਾਲ ਪੁਰਖ ਪਰਮਾਤਮਾ ਨਹੀਂ ਹੋ ਸਕਦੀ ਜੋ ਵਾਲੀਆਂ ਚੀਜ਼ਾਂ ਨੇ। ਕਿਉਂਕਿ ਇਹ ਗੱਲ ਤਾਂ ਅਸੀਂ ਕਹਿ ਸਕਦੇ ਹਾਂ ਵੀ ਵਰਤੋਂ ਵਾਲੀਆਂ ਚੀਜ਼ਾਂ ਜਿਹੜੀਆਂ ਨੇ, ਉਹ ਜਿਹੜੀ ਰੋਟੀ ਹੈ ਹੁਣ, ਉਹ ਰੋਟੀ ਰੱਬ ਨਹੀਂ ਹੈਗੀ, ਪਰ ਕਰਮ ਉਹਦਾ ਰੱਬ ਵਰਗਾ ਹੈ। ਕਿਸੇ ਨੂੰ ਪ੍ਰਾਣ ਦੇ ਦਿੰਦੀ ਹੈ, ਉਹ ਬੰਦਾ ਭੁੱਖਾ ਮਰਦਾ ਹੈ ਤੇ ਉਹਨੂੰ ਰੋਟੀ ਮਿਲ ਜਾਵੇ, ਉਹਦੇ ਪ੍ਰਾਣ ਬਚ ਜਾਂਦੇ ਨੇ। ਹੁਣ ਪਾਣੀ ਜਿਹੜਾ ਹੈ ਉਹ ਰੱਬ ਨਹੀਂ ਹੈਗਾ, ਪਰ ਕਰਮ ਉਹਦਾ ਰੱਬ ਵਰਗਾ ਹੈ। ਉਹਨੂੰ ਪਿਆਸ ਲੱਗੀ ਹੈ ਤੇ ਉਹ ਪਿਆਸਾ ਮਰ ਜਾਏਗਾ, ਪਰ ਜਿਹਨੂੰ ਪਾਣੀ ਮਿਲ ਜੇ ਤੇ ਉਹਨੂੰ ਕੁਝ ਸਵਾਸ ਮਿਲ ਜਾਂਦੇ ਨੇ, ਜ਼ਿੰਦਗੀ ਬਚ ਜਾਂਦੀ ਹੈ। ਪਰ ਜਿਹੜਾ ਅਸਲੀ ਰੱਬ ਹੈਗਾ ਅਕਾਲ ਪੁਰਖ ਪਰਮਾਤਮਾ, ਉਸ ਅਕਾਲ ਪੁਰਖ ਪਰਮਾਤਮਾ ਨੂੰ ਬਾਹਰੀ ਤੌਰ ਦੇ ਕਰਮ ਕੋਈ ਵੀ ਨਹੀਂ ਚਾਹੀਦੇਗੇ, ਬਾਹਰੀ ਤੌਰ ਕੋਈ ਵਿਖਾਵਾ ਨਹੀਂ ਚਾਹੀਦਾ ਹੈਗਾ ਕਿ ਅੱਖਾਂ ਕਰ ਲਵੇ, ਹੱਥ ਦੇ ਵਿੱਚ ਮਾਲਾ ਫੜ ਲਵੇ, ਸਰੀਰ ਦੇ ਉੱਪਰ ਕੋਈ ਧਾਰਮਿਕ ਚਿੰਨ੍ਹ ਪਹਿਨ ਲਵੇ, ਸਰੀਰ ਦੇ ਉੱਪਰ ਕੋਈ ਧਾਰਮਿਕ ਚਿੰਨ੍ਹ ਪਹਿਨ ਲਵੇ। ਇਸੇ ਕਰਕੇ ਵੇਖੋ ਸੰਸਾਰ ਦੇ ਵਿੱਚ ਧਰਮ ਕਿੰਨੇ ਨੇ, ਬਹੁਤ ਜ਼ਿਆਦਾ ਨੇ। ਜਿਹੜਾ ਕਰਮ ਦੂਸਰੇ ਧਰਮ ਦੇ ਵਿੱਚ ਹੈ ਨਾ, ਉਹ ਦੂਜੇ ਧਰਮ ਦੇ ਵਿੱਚ ਜਾ ਕੇ ਉਲਟਾ ਹੋ ਜਾਂਦਾ ਹੈ। ਇੱਕ ਧਰਮ ਦੇ ਵਿੱਚ ਕੁਝ ਲੋਕ ਕਹਿੰਦੇ ਨੇ ਕਿ ਜਦੋਂ ਅਕਾਲ ਪੁਰਖ ਪਰਮਾਤਮਾ ਨੂੰ ਜਪਣਾ ਹੈ, ਵਾਹਿਗੁਰੂ ਨੂੰ ਜਪਣਾ ਹੈ, ਤੇ ਬਿਲਕੁਲ ਮਨ ਜਿਹੜਾ ਹੈ ਉਹ ਸ਼ਾਂਤ ਹੋਣਾ ਚਾਹੀਦਾ ਹੈ। ਪਰ ਕੁਝ ਧਰਮ ਕਹਿੰਦੇ ਨੇ ਮਨ ਸ਼ਾਂਤ ਕਰਨ ਵਾਸਤੇ ਅਸੀਂ ਰੱਬ ਨੂੰ ਜਪਦੇ ਹਾਂ। ਕੁਝ ਕੁ ਧਰਮ ਕਹਿੰਦੇ ਨੇ ਰੋਟੀ ਜਿਹੜੀ ਹੈ ਉਹਨੂੰ ਛੱਡ ਦਿਓ, ਪ੍ਰਮਾਤਮਾ ਖੁਸ਼ ਹੋ ਜਾਂਦਾ ਹੈ। ਤੇ ਕੁਝ ਧਰਮ ਕਹਿੰਦੇ ਨੇ ਰੋਟੀ ਛੱਡਣੀ ਕਿਉਂ ਹੈ, ਉਹ ਖਾਣ ਵਾਲੀ ਵਸਤੂ ਹੈ, ਉਹਦੇ ਨਾਲ ਸਾਡਾ ਗੁਜ਼ਾਰਾ ਚੱਲਦਾ ਹੈ, ਅਸੀਂ ਉਹਨੂੰ ਛੱਡਣ ਵਾਸਤੇ, ਰੱਬ ਨੇ ਸਾਨੂੰ ਖਾਣ ਵਾਸਤੇ ਹੀ ਬਣਾਈ ਹੈ ਸਾਡੇ। ਹੁਣ ਬੰਦਾ ਤਾਂ ਕਸੂਤਾ ਫਸ ਗਿਆ ਨਾ ਵਿਚਾਰਾ। ਕਿੰਨੇ ਨੇ ਹਰੇਕ ਧਰਮ ਦੇ ਵਿੱਚ, ਉਹਦੀ ਇੱਕ ਕਹਿੰਦਾ ਰੋਟੀ ਖਾਓ, ਦੂਜਾ ਕਹਿੰਦਾ ਰੋਟੀ ਛੱਡ ਦਿਓ, ਇੱਕ ਕਹਿੰਦਾ ਰਾਤ ਜਿਹੜੀ ਉਹ ਸੌਣ ਵਾਸਤੇ ਬਣੀ ਹੈ, ਦੂਜਾ ਧਰਮ ਕਹਿੰਦੇ ਨਹੀਂ ਰਾਤ ਨੂੰ ਜਾਗ ਕੇ ਮਿਲਦਾ ਹੈ।
ਇੱਕ ਕਹਿੰਦਾ ਹੈ ਕਿ ਇਸ਼ਨਾਨ ਕਰ ਲਿਓ ਪ੍ਰਮਾਤਮਾ ਲੱਭ ਜਾਂਦਾ ਹੈ, ਦੂਜਾ ਕਹਿੰਦਾ ਨਹੀਂ, ਇਸ਼ਨਾਨ ਦੇ ਵਿੱਚ ਪ੍ਰਮਾਤਮਾ ਨਹੀਂ ਹੈ, ਇਸ਼ਨਾਨ ਕਰਨ ਨਾਲ ਨਹੀਂ, ਸਰੀਰ ਦੇ ਉੱਪਰ ਸਵਾਹ ਮਾਰ ਲਿਓ ਤਾਂ ਪ੍ਰਮਾਤਮਾ ਮਿਲਦਾ ਹੈ। ਕਿਉਂਕਿ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਤੱਕ ਸਾਡੀ ਪਹੁੰਚ ਨਹੀਂ ਹੈਗੀ ਜਿਹੜਾ ਨਿਰਗੁਣ ਸੱਚਖੰਡ ਦੇ ਵਿੱਚ ਵਸਦਾ ਹੈ। ਤੇ ਜਦੋਂ ਸਾਨੂੰ ਗੁਰਬਾਣੀ ਨੇ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਣ ਹੋਰ ਧਾਰਮਿਕ ਉਹਨਾਂ ਆਗੂਆਂ ਨੇ ਜਿਨ੍ਹਾਂ ਨੇ ਬਿਲਕੁਲ ਪਰਮਾਤਮਾ ਨੂੰ ਲੱਭ ਲਿਆ, ਬਿਲਕੁਲ ਪਰਮਾਤਮਾ ਨੂੰ ਜਾਣ ਲਿਆ, ਉਹਨਾਂ ਨੇ ਇੱਕੋ ਗੱਲ ਕੀਤੀ, ਕਹਿੰਦੇ ਪਰਮਾਤਮਾ ਦਾ ਜਿਹੜਾ ਮਾਰਗ ਹੈ ਉਹ ਪ੍ਰੇਮ ਹੈ। ਜਿਹੜਾ ਪਰਮਾਤਮਾ ਦਾ ਅਕਾਲ ਪੁਰਖ ਪਰਮਾਤਮਾ ਜੀ ਦਾ ਜਿਹੜਾ ਮਾਰਗ ਜਾਂ ਅਕਾਲ ਪੁਰਖ ਪਰਮਾਤਮਾ ਤੱਕ ਜਿਹੜਾ ਪਹੁੰਚਣ ਦਾ ਮਾਰਗ ਹੈ ਉਹ ਹੈ ਪ੍ਰੇਮ, ਮਿੱਠੀ ਬੋਲੀ, ਭਾਖਿਆ, ਦਇਆ, ਸਰੀਰ ਦੇ ਵਿੱਚ ਸਬਰ, ਸੰਤੋਖ। ਹੁਣ ਜਿਹੜਾ ਸੰਤੋਖ ਹੈ, ਬੰਦਾ ਸੰਤੋਖੀ, ਹੁਣ ਸਰੀਰ ਦੇ ਉੱਪਰ ਤਾਂ ਲਿਖਿਆ ਨਹੀਂ ਨਾ ਹੁੰਦਾ ਵੀ ਬੰਦਾ ਸੰਤੋਖੀ ਹੈ, ਸਰੀਰ ਉੱਪਰ ਨਹੀਂ ਲਿਖਿਆ ਹੁੰਦਾ। ਸਬਰ ਜਿਹੜਾ ਹੈ ਉਹ ਬੰਦੇ ਦੇ ਮੂੰਹ ਦੇ ਉੱਪਰ ਨਹੀਂ ਲਿਖਿਆ ਕਿ ਬੰਦਾ ਸਬਰ ਕਰਕੇ ਜੀ ਰਿਹਾ ਹੈ, ਤੇ ਪ੍ਰੇਮ ਜਿਹੜਾ ਹੈ ਉਹ ਵੀ ਬੰਦੇ ਦੇ ਚਿਹਰੇ ਦੇ ਉੱਪਰ ਨਹੀਂ ਲਿਖਿਆ ਹੋਇਆ ਕਿ ਬੰਦਾ ਰੱਬ ਦਾ ਪ੍ਰੇਮੀ ਹੈਗਾ ਹੈ। ਇਹ ਅਕਾਲ ਪੁਰਖ ਪਰਮਾਤਮਾ ਜੀ ਦਾ ਪ੍ਰੇਮੀ ਹੈ ਬੰਦਾ, ਨਹੀਂ ਲਿਖਿਆ ਹੋਇਆ ਨਾ। ਇਸ ਕਰਕੇ ਮਹਾਰਾਜ ਨੇ ਸਾਨੂੰ ਇੱਕੋ ਗੱਲ ਸਮਝਾਈ, ਜਦੋਂ ਵੀ ਪਰਮੇਸ਼ਰ ਨੂੰ, ਪਰਮਾਤਮਾ ਨੂੰ ਲੱਭਣਾ ਹੈ, ਇੱਕ ਹੀ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਪਹਿਲਾਂ ਉਹਦਾ ਜਿਹੜਾ ਸਰਗੁਣ ਸਰੂਪ ਹੈ ਉਹਦੇ ਬਾਰੇ ਜਾਣਕਾਰੀ ਸਾਨੂੰ ਹੋਵੇ, ਫਿਰ ਜਾ ਕੇ ਨਿਰਗੁਣ ਸਰੂਪ ਬਾਰੇ ਸਾਨੂੰ ਪਤਾ ਲੱਗੇਗਾ। ਸਰਗੁਣ ਸਰੂਪ ਕੀ ਹੈ? ਗੁਣ ਸਰੂਪ ਇਹ ਹੈ ਕਿ ਜਦੋਂ ਵੀ ਕੋਈ ਸੰਸਾਰ ਦੇ ਵਿੱਚ ਰੱਬ ਦਾ ਭਗਤ ਹੋਇਆ, ਉਹਨੇ ਅਕਾਲ ਪੁਰਖ ਪਰਮਾਤਮਾ ਜੀ ਦੇ ਉੱਪਰ ਏਡਾ ਵੱਡਾ ਭਰੋਸਾ ਬਣਾ ਲਿਆ ਕਿ ਅਕਾਲ ਪੁਰਖ ਪਰਮਾਤਮਾ ਜੀ ਜਿਹੜਾ ਨਿਰਗੁਣ ਸਰੂਪ ਸੀ ਉਹਨੂੰ ਵੀ ਪ੍ਰਗਟ ਹੋਣਾ ਪੈ ਗਿਆ। ਜਿਹੜਾ ਨਿਰਗੁਣ ਸਰੂਪ ਸੀ, ਜਿਹੜਾ ਸੰਸਾਰ ਤੋਂ ਬੈਠਾ ਹੈ ਵਿੱਚ ਸੀਗਾ, ਪਰ ਕੁਝ ਵੱਖਰਾ ਰੂਪ ਓਲੇ ਹੋ ਕੇ ਬੈਠਾ ਸੀ, ਬੈਠਾ ਸੰਸਾਰ ਦੇ ਵਿੱਚ ਹੀ ਹੈ, ਪਰ ਉਹ ਕੁਝ ਆਪਣੇ ਆਪ ਨੂੰ ਵੱਖਰਾ, ਕਿਉਂਕਿ ਨਾ ਉਹਦਾ ਪਰਛਾਵਾਂ ਹੈ, ਨਾ ਉਹਦਾ ਸਰੀਰ ਹੈ। ਅਕਾਲ ਪੁਰਖ ਪਰਮਾਤਮਾ ਦਾ ਕੋਈ ਚੱਕਰ ਹੈ, ਕੋਈ ਸਰੀਰ ਦੇ ਅੰਗ ਸਾਨੂੰ ਦਿਸਦੇ ਨੇ, ਉਹ ਬੈਠਾ ਹੈ ਜੀ, ਪਰ ਸਾਨੂੰ ਦਿਸ ਕੋਈ ਨਹੀਂ ਰਿਹਾ। ਤੇ ਜੇ ਉਸ ਅਕਾਲ ਪੁਰਖ ਪਰਮਾਤਮਾ ਜੀ ਨੂੰ ਲੱਭਿਆ, ਫਿਰ ਉਹਨਾਂ ਨੇ ਪਹਿਲਾਂ ਸਰਗੁਣ ਸਰੂਪ ਦੇ ਵਿੱਚ, ਤੇ ਸਰਗੁਣ ਸਰੂਪ ਦੇ ਵਿੱਚ ਉਹਨਾਂ ਨੇ ਨਿਰਗੁਣ ਪਰਮਾਤਮਾ ਨੂੰ ਲੱਭ ਲਿਆ। ਨਿਰਗੁਣ ਦਾ ਅਰਥ ਹੁੰਦਾ ਨਿਰਗੁਣ, ਜਿਹਦੇ ਵਿੱਚ ਗੁਣ ਨਾ ਹੋਣ, ਪਰ ਪਰਮਾਤਮਾ ਤਾਂ ਸਰਬ ਕਲਾ ਭਰਪੂਰ ਹੈ, ਗੁਣ ਉਹਦੇ ਵਿੱਚ ਸਾਰੇ ਗੁਣਾਂ ਦੇ ਨਾਲ ਭਰਿਆ ਪਿਆ ਹੈ। ਨਿਰਗੁਣ ਤੋਂ ਇੱਥੇ ਭਾਵ ਇਹ ਹੈ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਨਿਰੰਜਨ, ਆਕਾਰ, ਜਿਵੇਂ ਗੁਣ ਦਿਸਦੇ ਨਹੀਂ ਨਾ, ਜਿਹੜੇ ਬੰਦੇ ਨੇ ਦਇਆ ਕਰਨੀ ਹੈ ਉਹ ਉਹਦੇ ਕਰਮ ਤੋਂ ਪਤਾ ਲੱਗਦਾ ਵੀ ਇਹਨੇ ਦਇਆ ਕਰ ਦਿੱਤੀ ਹੈ, ਇਹਨੇ ਸਬਰ, ਇਹਨੇ ਭਲਾ ਕੀਤਾ ਹੈ, ਕਰਮ ਤੋਂ ਪਤਾ ਲੱਗਿਆ, ਹੱਥਾਂ ਤੋਂ, ਸਰੀਰ ਤੋਂ ਪਤਾ ਲੱਗਿਆ। ਪਰ ਉਹਦੇ ਅੰਦਰ ਜਿਹੜੀ ਦਇਆ ਬੈਠੀ ਹੈ, ਜੋ ਉਹਦੇ ਅੰਦਰ ਹਿਰਦੇ ਦੇ ਵਿੱਚ, ਜਿਨੇ ਇਹ ਪੈਦਾ ਕੀਤਾ, ਇਹ ਸਾਜ਼ ਪੈਦਾ ਕੀਤਾ ਵੀ ਹੱਥਾਂ ਦੇ ਨਾਲ ਦਾਨ ਕਰ, ਉਹ ਜਿਹੜੀ ਆਵਾਜ਼ ਸੀ, ਜਿਹੜਾ ਉਹ ਗੁਣ ਸੀਗਾ, ਜੇ ਉਹ ਅੰਦਰ ਦੇ ਜਿਹੜੀ ਉਹ ਪਾਵਰ ਸੀ, ਉਹ ਕਿੱਥੋਂ ਮਿਲੀ? ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਨਿਰਆਕਾਰ ਹੈ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਇੱਕੋ ਗੱਲ ਕਹਿੰਦੇ ਸਨ ਕਿ ਜਦੋਂ ਵੀ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਜਪਣਾ ਹੈ, ਸਭ ਤੋਂ ਪਹਿਲਾ ਕਰਮ ਹੈ ਪ੍ਰੇਮ ਭਾਵਨਾ। ਜਿਹੜਾ ਬੰਦਾ ਸੰਸਾਰ ਦੇ ਵਿੱਚ ਰਹਿ ਕੇ ਸਰਗੁਣ ਸਰੂਪ ਨੂੰ ਨਹੀਂ ਪ੍ਰੇਮ ਕਰ ਸਕਦਾ, ਸਰਗੁਣ ਸਰੂਪ ਸਾਡੇ ਮਾਤਾ ਪਿਤਾ, ਸਾਡੇ ਭੈਣ ਭਰਾ, ਸਾਡਾ ਆਲਾ ਦੁਆਲਾ, ਇਹ ਕੁਦਰਤ ਸਾਰੀ, ਇਹ ਤਾਂ ਸਰਗੁਣ ਸਰੂਪ ਹੈ ਨਾ। ਕਿ ਜੇ ਇਹਨਾਂ ਵਿਚਲੇ ਬੈਠੇ ਹੋਏ ਰੱਬ ਨੂੰ ਬੰਦਾ ਨਹੀਂ ਜਪ ਸਕਦਾ, ਜਾਂ ਇਹਨਾਂ ਵਿਚਲੇ ਬੈਠੇ ਹੋਏ ਰੱਬ ਦਾ ਸਤਿਕਾਰ ਨਹੀਂ ਕਰਦਾ, ਤੇ ਧਾਰਮਿਕ ਪੁਸਤਕ ਬੰਦਾ ਕੀ ਕਰਦਾ ਹੈ? ਬਾਬਾ ਜੀ ਨੇ ਪਹਿਲਾਂ, ਵੇਖੋ ਬਾਬਾ ਜੀ ਕਹਿੰਦੇ ਪਹਿਲਾਂ ਕਹਿੰਦੇ ਪਾਠ ਕਰੋ, ਮਹਾਰਾਜ ਕਹਿੰਦੇ ਪਾਠ ਕਰੋ, ਚਲੋ ਅਸੀਂ ਪਾਠ ਵੀ ਕਰ ਲਿਆ। ਫਿਰ ਪਾਠ ਇਸ ਤਰ੍ਹਾਂ ਨਹੀਂ ਕਰਨਾ, ਪਾਠ ਮਨ ਨੂੰ ਸਵਾਰ ਕੇ ਕਰਨਾ ਹੈ। ਚਲੋ ਮਨ ਨੂੰ ਸਵਾਰਨ ਦੀ ਕੋਸ਼ਿਸ਼ ਵੀ ਬੰਦੇ ਨੇ ਕੀਤੀ, ਫਿਰ ਮਹਾਰਾਜ ਕਹਿੰਦੇ ਨੇ ਅੱਗੇ ਜਾ ਕੇ ਕਹਿੰਦੇ ਨਹੀਂ, ਗੱਲ ਨਹੀਂ ਬਣੀ ਅਜੇ ਤੱਕ। ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਪਾਠ ਕਰੋ। ਆਪਾਂ ਪਾਠ ਕੀਤਾ, ਇਹੀ ਗੱਲ ਕਰ ਸਕਦੇ ਹਾਂ ਨਾ। ਪਾਠ ਕੀਤਾ, ਪਾਠ ਕਰਨ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਨਹੀਂ, ਅਜੇ ਹੋਰ ਗੱਲ ਬਣਾ, ਆਪਣੇ ਆਪ ਨੂੰ ਹੋਰ ਸਵਾਰ ਅਜੇ। ਫਿਰ ਬੰਦੇ ਨੇ ਥੋੜਾ ਮਨ ਨੂੰ ਸੰਭਾਲਿਆ, ਮਨ ਨੂੰ ਸੰਭਾਲਿਆ। ਫਿਰ ਮਹਾਰਾਜ ਕਹਿੰਦੇ ਨਹੀਂ, ਅਜੇ ਵੀ ਗੱਲ ਨਹੀਂ ਬਣੀ, ਹਉਮੈ ਹੈਗੀ ਹੈ ਅਜੇ ਅੰਦਰ। ਫਿਰ ਮਨੁੱਖ ਨੇ ਹੌਲੀ ਹੌਲੀ
ਕਈ ਗੱਲਾਂ ਜਰਨੀਆਂ ਸ਼ੁਰੂ ਕਰ, ਲੋਕ ਬੋਲ ਕਬੋਲ ਬੋਲਦੇ ਨੇ, ਨੀਵੀਂ ਲੰਘ ਜਾਂਦਾ ਹੈ, ਲੋਕ ਦਾ ਬੋਲਦੇ ਨੇ, ਨੀਵੀਂ ਪਾ ਕੇ ਲੰਘ ਜਾਂਦਾ ਹੈ। ਕੋਸ਼ਿਸ਼ ਕੀਤੀ, ਪਰ ਫਿਰ ਵੀ ਮਹਾਰਾਜ ਅੱਗੇ ਜਾ ਕੇ ਕਹਿ ਦਿੰਦੇ ਨਹੀਂ, ਉਹ ਭਲਿਆ ਇਹਨਾਂ ਰਾਹੀਂ ਰੱਬ ਮਿਲਦਾ ਨਹੀਂ ਹੈ, ਇਹਨਾਂ ਕਰਮਾਂ ਰਾਹੀਂ ਪਰਮਾਤਮਾ ਨਹੀਂ ਮਿਲਦਾ। ਬੰਦਾ ਹਾਰ ਕੇ ਕਹਿ ਦਿੰਦਾ, ਕਹਿੰਦਾ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਸ ਤੋਂ ਅੱਗੇ ਅਸੀਂ ਕੀ ਕਰ ਸਕਦੇ ਹਾਂ? ਜੇ ਰੱਬ ਨੂੰ ਜਪਣਾ ਹੈ ਤੇ ਅਸੀਂ ਪਾਠ ਹੀ ਕਰ ਸਕਦੇ ਹਾਂ ਨਾ, ਵੀ ਪਾਠ ਕਰੋ। ਇਸ ਤੋਂ ਅੱਗੇ ਦੀ ਕੋਈ ਹੋਰ ਵਸਤੂ ਹੈਗੀ? ਕੋਈ ਵੀ ਨਹੀਂ ਹੈਗੀ, ਪਾਠ ਹੀ ਹੈ ਨਾ। ਪਰ ਮਹਾਰਾਜ ਕਹਿੰਦੇ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ। ਧਾਰਮਿਕ ਪੁਸਤਕਾਂ ਪੜ੍ਹੀਆਂ, ਵੇਦਾਂ ਦੀ ਵਿਚਾਰ ਕੀਤੀ, ਭੁੰਗਮ ਸਾਧੇ, ਨਿਵਲ ਨਿਉਲੀ ਕਰਮ ਕੀਤੇ, ਭੁੰਗਮ ਸਾਧੇ, ਆਪਣੇ ਸਵਾਸਾਂ ਨੂੰ ਰੋਕਿਆ, ਰੀੜ ਦੀ ਹੱਡੀ ਸਿੱਧੀ ਕਰਕੇ ਸਵਾਸਾਂ ਨੂੰ ਰੋਕਿਆ। ਤੇ ਮਹਾਰਾਜ ਕਹਿੰਦੇ ਨਹੀਂ, ਗੱਲ ਤਾਂ ਨਹੀਂ ਬਣੀ। ਪਾਠ ਕਰਨ ਵਾਸਤੇ ਤੈਨੂੰ ਕਿਹਾ ਸੀ, ਤੂੰ ਪਾਠ ਕੀਤਾ, ਤੈਨੂੰ ਸਰੀਰ ਨੂੰ ਟਿਕਾਣੇ ਤੇ ਲਿਆਉਣ ਵਾਸਤੇ ਸੀ, ਤੂੰ ਲਿਆਂਦਾ। ਪਰ ਜਿਹੜਾ ਮਨ ਸੀ ਨਾ, ਤੇਰਾ ਮਨ, ਉਹਨੇ ਇਹ ਸੋਚਣਾ ਆਰੰਭ ਕਰ ਦਿੱਤਾ, ਮੈਂ ਪਾਠ ਵੀ ਕਰ ਲੈਣਾ ਹੈ, ਮੈਂ ਧਿਆਨ ਵੀ ਲਾ ਲੈਣਾ ਹੈ। ਪਰ ਕਹਿੰਦੇ ਗੱਲ ਬਣੀ ਨਹੀਂ, ਫਿਰ ਉਹ ਉਲਟਾ ਹੋ ਗਿਆ ਕੰਮ। ਪੰਜ ਜਨਾਂ ਸੰਗ ਨਾ ਛੁਟਕਿਓ, ਪੰਜਾਂ ਵਿਕਾਰਾਂ ਦੇ ਨਾਲ ਤੇਰਾ ਸੰਗ ਜਿਹੜਾ ਉਹ ਛੁੱਟਿਆ ਨਹੀਂ। ਅਧ ਅਹੰ ਬੁੱਧ ਬਾਧੇ, ਸਗੋਂ ਹੋਰ ਹਉਮੈ ਦੇ ਵਿੱਚ ਵੱਜ ਗਿਆ, ਹੋਰ ਹੰਕਾਰ ਦੇ ਵਿੱਚ ਵੱਜ ਗਿਆ। ਫਿਰ ਮਹਾਰਾਜ ਕਹਿੰਦੇ ਗੁਰੂ ਜਿਹੜਾ ਰੱਬ, ਜਿਹੜਾ ਸਰਗੁਣ ਸਰੂਪ ਸਾਨੂੰ ਇਹ ਕਹਿ ਰਿਹਾ ਸੀ ਬੰਦਿਆ ਪਾਠ ਕਰ, ਹੁਣ ਉਹੀ ਕਹਿ ਰਿਹਾ ਹੈ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਜਿਹੜਾ ਸਾਨੂੰ ਕਹਿ ਰਿਹਾ ਸੀ ਨਾ ਪਾਠ ਕਰੋ, ਅਸੀਂ ਪਾਠ ਕੀਤਾ, ਪਾਠ ਪੜਿਓ ਔਰ ਵੇਦ ਵਿਚਾਰਿਓ। ਪਾਠ ਦਾ ਅਰਥ ਹੁੰਦਾ ਅਭਿਆਸ ਕਰਨਾ, ਬਾਰ-ਬਾਰ ਪਾਠ ਕਰਨਾ, ਬਾਰ-ਬਾਰ ਅਭਿਆਸ ਕਰਨਾ। ਅਸੀਂ ਅਭਿਆਸ ਕੀਤਾ, ਫਿਰ ਉਹੀ ਬਾਬਾ ਸਾਨੂੰ ਕਹਿ ਰਿਹਾ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਇਹ ਰੱਬ ਬੰਦਿਆ, ਇਹਨਾਂ ਕੰਮਾਂ ਰਾਹੀਂ ਨਹੀਂ ਜਾਂਦਾ ਰੱਬ ਨੂੰ। ਮੈਂ ਕੀਏ ਕਰਮ ਅਨੇਕਾਂ, ਕਹਿੰਦੇ ਮੈਂ ਇਹੋ ਜਿਹੇ ਲੋਕ ਵੇਖੇ ਨੇ, ਅਨੇਕਾਂ ਕਰਮ ਕਰਦੇ ਵੇਖੇ ਨੇ, ਪਰ ਹਾਰ ਪਰਿਓ ਸੁਆਮੀ ਕੇ ਦੁਆਰੇ। ਰੱਬ ਦੇ ਦੁਆਰੇ ਅੱਗੇ ਮੈਂ ਹਾਰ ਕੇ, ਹੁਣ ਰੱਬ ਦਾ ਦੁਆਰਾ ਕੀ ਹੈ? ਹਾਰ ਪਰਿਓ ਸੁਆਮੀ ਕੇ ਦੁਆਰੇ। ਜੇ ਅਸੀਂ ਕਹਿ ਦਈਏ ਰੱਬ ਦਾ ਕੋਈ ਦੁਆਰ ਹੈ, ਤੇ ਰੱਬ ਦੇ ਦੁਆਰਾਂ ਦਾ ਵੀ ਅਸੀਂ ਅੰਤ ਨਹੀਂ ਨਾ ਛੱਡਿਆ। ਇਹ ਪੱਥਰ ਇੱਕੋ ਜਿਹਾ ਹੈ, ਪਰ ਉਹਦੀ ਘਾੜਤ ਵੱਖਰੀ ਵੱਖਰੀ ਹੈ। ਜੋ ਪੱਥਰ ਹੈ ਉਹਦੀ ਘਾੜਤ ਵੱਖਰੀ ਹੈ, ਜੋ ਗੁਰਦੁਆਰਾ ਹੈ ਉਹਦਾ ਕੁਝ ਵੱਖਰਾ ਸਰੂਪ ਹੈ, ਜੋ ਮਸਜਿਦ ਹੈ ਉਹਦਾ ਕੁਝ ਵੱਖਰਾ ਸਰੂਪ ਹੈ। ਸਿਰਫ ਪੱਥਰ ਉਹੀ ਹੈ, ਘੜ ਵੱਖਰਾ ਹੈ, ਵੱਖਰਾ ਕਰ ਦਿੱਤਾ, ਆਕਾਰ ਵੱਖਰਾ ਵੱਖਰਾ ਦੇ ਦਿੱਤਾ। ਪੱਥਰ ਤਾਂ ਉਹੀ ਹੈ ਨਾ, ਬਸ ਇੰਨੇ ਕੁ ਦੇ ਵਿੱਚ ਹੀ ਮਹਾਰਾਜ ਕਹਿੰਦੇ ਹੋਇਆ ਹੈ। ਇੰਨੇ ਕੁ ਦੇ ਵਿੱਚ ਤੂੰ ਪੱਥਰ ਦਾ ਆਕਾਰ ਵੇਖ ਕੇ ਧਰਮ ਨੂੰ ਸਮਝਦਾ ਹੈ। ਪੱਥਰ ਦਾ ਆਕਾਰ ਵੇਖ ਕੇ ਕਹਿੰਦਾ ਨਹੀਂ, ਧਰਮ ਮੇਰਾ ਨਹੀਂ ਹੋ ਸਕਦਾ। ਪੱਥਰ ਦਾ ਆਕਾਰ ਵੇਖ ਕੇ ਤੂੰ ਕਹਿੰਦਾ ਨਹੀਂ, ਰੱਬ ਇੱਥੇ ਮੌਜੂਦ ਨਹੀਂ ਹੋ ਸਕਦਾ, ਰੱਬ ਉੱਥੇ ਮੌਜੂਦ ਹੋ ਸਕਦਾ ਹੈ। ਕਿਉਂ? ਜਿਹੜਾ ਗੁਰਦੁਆਰੇ ਨਾਲ ਜੁੜਿਆ ਉਹਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਗੁਰਦੁਆਰੇ ਦੇ ਵਿੱਚ ਰੱਬ ਬੈਠਾ ਹੈ, ਤੇ ਮੰਦਿਰ ਦੇ ਲਾਗੂ ਉਹਨੂੰ ਲੱਗਦਾ ਕਿ ਸ਼ਾਇਦ ਇੱਥੇ ਰੱਬ ਨਹੀਂ ਹੋ ਸਕਦਾ। ਜਿਹੜਾ ਮਸਜਿਦ ਨਾਲ ਜੁੜਿਆ ਹੈ ਉਹਨੂੰ ਲੱਗਦਾ ਕਿ ਮਸਜਿਦ ਦੇ ਵਿੱਚ ਹੀ ਰੱਬ ਜਿਹੜਾ ਹੈ ਉਹ ਹੈਗਾ ਹੈ, ਪਰ ਆਲੇ ਦੁਆਲੇ ਰੱਬ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗਏ ਸਨ, ਕਾਜੀ ਕਰੀਮ ਜਿਹੜਾ ਸੀ ਉਹਨੇ ਲੱਤ ਮਾਰੀ ਸੀ। ਕਹਿੰਦੇ ਵੀ ਕੀ ਗੱਲ, ਤੂੰ ਸਾਡੇ ਮੱਕੇ ਵੱਲ ਨੂੰ ਲੱਤਾਂ ਮਾਰ ਕੇ ਬੈਠਾ ਹੈ? ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਚੱਲ ਲੱਤਾਂ ਉਧਰ ਨੂੰ ਕਰੇ ਜਿੱਧਰ ਖੁਦਾ ਦਾ ਘਰ ਨਹੀਂ ਹੈਗਾ। ਤੇ ਹੁਣ ਸੰਸਾਰ ਜਿਹੜਾ ਸਾਰਾ ਉਹ ਕਹਿ ਦਿੰਦਾ ਨਹੀਂ, ਖੁਦਾ ਦਾ ਘਰ, ਉਹਨੂੰ ਸਮਝ ਲੱਗ ਗਈ ਵੀ ਖੁਦਾ ਪਾਸੇ ਹੈ। ਖੁਦਾ ਦਾ ਘਰ ਤਾਂ ਸਾਰੇ ਪਾਸੇ ਹੈ। ਇਮਾਰਤ ਜਿਹੜੀ ਹੈ, ਇਮਾਰਤ ਵੀ ਖੁਦਾ ਦਾ ਘਰ ਹੈ, ਠੀਕ ਹੈ, ਸਾਰੇ ਮੰਦਿਰ ਖੁਦਾ ਦੇ ਹੀ ਨੇ, ਸਾਡਾ ਜਿਹੜਾ ਆਪ ਦਾ ਘਰ ਹੈ ਉਹ ਵੀ ਖੁਦਾ ਦਾ ਹੈ। ਪਰ ਇੱਕ ਸਥਾਨ ਨੂੰ ਇਹ ਮੰਨ ਲੈਣਾ ਕਿ ਇਹੀ ਰੱਬ ਦਾ ਘਰ ਹੈ, ਇਹ ਟਿਕਾਣਾ ਹੋ ਸਕਦਾ ਹੈ ਸਾਡੇ ਬੈਠਣ ਦਾ, ਸਾਡਾ ਸਿੱਖੀ, ਸਾਡਾ ਜਾਂ ਇਹ ਕਹਿ ਸਕਦੇ ਸਾਡਾ ਸਕੂਲ ਹੋ ਸਕਦਾ ਹੈ। ਪਰ ਅਸੀਂ ਜੇ
ਇੱਥੇ ਨੂੰ ਹੀ ਸਮਝ ਲਈਏ ਕਿ ਸ਼ਾਇਦ ਇਹੀ ਰੱਬ ਦਾ ਘਰ ਹੈ, ਫਿਰ ਸਾਡੀ ਗਲਤੀ ਹੈ। ਸਾਨੂੰ ਇੱਕ ਥਾਂ ਦੇ ਉੱਪਰ ਰੱਬ ਮੌਜੂਦ ਦਿਸਣਾ ਹੋਣਾ ਸਮਝਣਾ ਪਏਗਾ ਕਿ ਹਾਂ ਰੱਬ ਸਾਰੇ ਪਾਸੇ ਹੈ। ਤੇ ਨਿਰਗੁਣ ਸਰੂਪ ਹੁਣ ਅਕਾਲ ਪੁਰਖ ਪਰਮਾਤਮਾ ਤਾਂ ਸਾਰਿਆਂ 'ਚ ਬੈਠਾ ਹੈ। ਉਹ ਕਾਮੀ 'ਚ ਵੀ ਬੈਠਾ ਹੈ, ਕ੍ਰੋਧੀ 'ਚ ਵੀ ਬੈਠਾ ਹੈ, ਤੇ ਸ਼ਰਾਬੀ ਦੇ ਵਿੱਚ ਵੀ ਉਹ ਬੈਠਾ ਹੈ। ਇਹ ਥੋੜਾ ਵੀ ਉਹ ਸ਼ਰਾਬੀ ਦੇ ਵਿੱਚ ਨਹੀਂ ਹੈਗਾ। ਰੱਬ ਦੀ ਸੱਤਾ ਸ਼ਰਾਬੀ ਦੇ ਵਿੱਚ ਵੀ ਹੈਗੀ ਹੈ, ਪਰ ਉਹ ਪਰਮਾਤਮਾ ਸ਼ਰਾਬੀ ਦੇ ਨਾਲ ਸ਼ਰਾਬੀ ਨਹੀਂ ਹੁੰਦਾ। ਅਕਾਲ ਪੁਰਖ ਪਰਮਾਤਮਾ ਨਸ਼ੇੜੀ ਦੇ ਨਾਲ ਨਸ਼ੇੜੀ ਨਹੀਂ ਹੁੰਦਾ, ਪਰ ਉਹ ਹੈਗਾ ਉਹਦੇ ਵਿੱਚ ਵੀ ਹੈ ਉਸ ਸ਼ਰਾਬੀ ਦੇ ਵਿੱਚ ਵੀ ਹੈ ਅਕਾਲ ਪੁਰਖ ਪਰਮਾਤਮਾ। ਕਿਉਂਕਿ ਜੇ ਉਹ ਆਪਣੀ ਆਪ ਦੀ ਜੋਤ ਵਿੱਚੋਂ ਸੱਤਾ ਵਿੱਚੋਂ ਖਿੱਚ ਲਵੇ, ਉਸ ਤੋਂ ਬਾਅਦ ਕੁਛ ਵੀ ਨਹੀਂ, ਸਰੀਰ ਖਤਮ ਹੋ ਜਾਂਦਾ ਹੈ, ਸਰੀਰ ਜਿਹੜਾ ਉਹ ਖਤਮ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਨਿਰਗੁਣ ਸਰੂਪ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਨੂੰ ਜਪਣਾ ਕਰ। ਉਹਦੇ ਵਾਸਤੇ ਨਾ ਤੈਨੂੰ ਮਾਲਾ ਦੀ ਲੋੜ ਪੈਣੀ ਹੈ, ਉਹਦੇ ਵਾਸਤੇ ਨਾ ਤੈਨੂੰ ਬਾਹਰੀ ਤੌਰ ਤੇ ਭੁੱਖੇ ਮਰਨ ਦੀ ਲੋੜ ਪੈਣੀ ਹੈ, ਵਾਸਤੇ ਨਾ ਤੈਨੂੰ ਅੱਗ ਦੇ ਵਿੱਚ ਬੈਠਣ ਦੀ ਲੋੜ ਪੈਣੀ, ਨਾ ਹੀ ਤੈਨੂੰ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਨ ਦੀ ਲੋੜ ਪੈਣੀ ਹੈ। ਸਿਰਫ ਤੁਰਿਆ ਜਾਵੇਂਗਾ, ਭਾਵਨਾ ਪ੍ਰੇਮ ਹੋਏਗੀ। ਮਹਾਰਾਜ ਕਹਿੰਦੇ ਨੇ, ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਵੇਖੋ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਮੇਰੇ ਵਾਸਤੇ ਇਹੀ ਮੇਰੀ ਮਾਲਾ ਹੈ ਕਿ ਮੇਰੀ ਰਸਨਾ ਦੇ ਉੱਪਰ ਰਾਮ ਰਾਮ ਹੋਵੇ, ਮੇਰੀ ਜੀਭਾ ਦੇ ਉੱਪਰ ਰਾਮ ਹੋਵੇ। ਪਰ ਜਿਹੜੀ ਮਾਲਾ ਹੈ ਉਹ ਇੱਕ ਫੈਸ਼ਨ ਹੈ, ਕਿਉਂਕਿ ਜੇ ਮਾਲਾ ਹੀ ਰੱਬ ਹੁੰਦੀ, ਮਾਲਾ ਦੇ ਰਾਹੀਂ ਹੀ ਰੱਬ ਹੁੰਦਾ, ਮਿਲਣਾ ਹੁੰਦਾ, ਫਿਰ ਵੱਖ-ਵੱਖ ਤਰੀਕੇ ਦੀ ਮਾਲਾ ਕਿਉਂ ਹੈ? ਕਿਸੇ ਦੀ ਮਾਲਾ ਬਣਾਈ, ਕਿਸੇ ਨੇ ਮੋਤੀਆਂ ਦੀ ਮਾਲਾ ਬਣਾਈ, ਇਹ ਜਿੰਨੀ ਉਹਦੀ ਪਹੁੰਚ ਹੈ। ਕਿਸੇ ਨੂੰ ਮੋਤੀਆਂ ਦੀ ਮਾਲਾ ਜਿਹੜੀ ਹੈ, ਆਮ ਮੋਤੀਆਂ ਦੀ ਮਾਲਾ ਚੰਗੀ ਨਹੀਂ ਲੱਗਦੀ, ਕਿਸੇ ਚੰਗੇ ਮੋਤੀ ਲਾਏ ਨੇ, ਕਿਸੇ ਨੇ ਬਹੁਤ ਸੋਹਣੇ, ਇਵੇਂ ਕਰਕੇ ਕੋਈ ਮਾਲਾ ਬਹੁਤ ਵੱਡੀ ਹੁੰਦੀ ਹੈ, ਕੋਈ ਮਾਲਾ ਬਹੁਤ ਛੋਟੀ ਹੁੰਦੀ ਹੈ। ਹੁਣ ਜਿੱਡੀ ਵੱਡੀ ਮਾਲਾ, ਫਿਰ ਓਡੀ ਵੱਡੀ ਉਹਦੀ ਸ਼ਰਧਾ ਥੋੜੀ ਹੋ ਸਕਦਾ ਉਹ ਠੱਗ ਹੋਵੇ, ਹੋ ਸਕਦਾ ਹੈ ਉਹ ਸਾਨੂੰ ਠੱਗਦਾ ਪਿਆ ਹੋਵੇ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਆਉਂਦਿਆਂ ਸਮਝਾਇਆ। ਸੰਸਾਰ ਦੇ ਵਿੱਚ ਜਦੋਂ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਪੰਡਿਤ ਕਿਰਪਾਲ ਜੀ, ਪੰਡਿਤ ਜੀ ਤੁਸੀਂ ਮੈਨੂੰ ਜਨੇਊ ਪਾਉਣਾ ਚਾਹੁੰਦੇ ਹੋ, ਕੋਈ ਇਤਰਾਜ਼ ਨਹੀਂ ਹੈਗਾ, ਪਰ ਇਹ ਜਨੇਊ ਜਿਹੜਾ ਹੈ ਭੇਦ ਭਾਵ ਵੱਖਰੇਵਾਂ ਕਰਦਾ ਹੈ, ਕਿਉਂਕਿ ਇਹ ਜਨੇਊ ਕੁਝ ਕੁ ਜਾਤੀਆਂ ਪਾ ਸਕਦੀਆਂ ਨੇ, ਭਾਈ ਮਰਦਾਨਾ ਨਹੀਂ ਪਾ ਸਕਦਾ ਇਹਨੂੰ। ਮੇਰੀ ਭੈਣ ਬੇਬੇ ਨਾਨਕੀ ਉਹ ਪਾ ਸਕਦੀ ਇਹਨੂੰ। ਇਸ ਕਰਕੇ ਜਿਹੜਾ ਰੱਬ ਹੈ ਉਹ ਤਾਂ ਸਾਰਿਆਂ ਦਾ ਸਾਂਝਾ ਹੈ, ਫਿਰ ਇਹ ਵੱਖਰੇਵਾਂ ਕਿਉਂ ਹੈ, ਇਹ ਵੱਖਰਾ ਕਿਉਂ ਹੈ? ਤੋ ਉਹਨਾਂ ਨੂੰ ਸਮਝ ਲੱਗ ਗਈ, ਤਾਂ ਕਹਿੰਦੇ ਵੀ ਸਾਨੂੰ ਫਿਰ ਦੱਸੋ ਵੀ ਤੁਹਾਨੂੰ ਕਿਹੜਾ ਜਨੇਊ ਦੇ ਦਈਏ? ਉਹ ਕਹਿੰਦੇ ਦਇਆ ਕਪਾ ਸੂਤ। ਹੁਣ ਇਹ ਤਾਂ ਸਾਰੇ ਦਇਆ ਕਿਹੜਾ ਕਰ ਸਕਦਾ ਹੈ? ਹਿੰਦੂ ਵੀ ਕਰ ਸਕਦਾ ਹੈ, ਮੁਸਲਮਾਨ ਵੀ ਕਰ ਸਕਦਾ ਹੈ, ਇਸਤਰੀ ਪੁਰਸ਼ ਬੱਚਾ ਨੌਜਵਾਨ ਬਜ਼ੁਰਗ ਸਾਰੇ ਕਰ ਸਕਦੇ ਨਾ ਦਇਆ। ਇਹ ਕਿਸੇ ਦੀ ਖਰੀਦੀ ਹੋਈ ਤੇ ਨਹੀਂ ਨਾ, ਦਇਆ ਸਿੱਖਾਂ ਦੀ ਹੈ ਜਾਂ ਹਿੰਦੂਆਂ ਦੀ ਹੈ, ਦਇਆ ਮੁਸਲਮਾਨਾਂ ਦੀ, ਜੈਨੀ ਬੋਧੀਆਂ ਦੀ ਹੈ, ਦਇਆ ਤਾਂ ਸਾਰਿਆਂ ਦੀ ਹੈ। ਸੰਤੋਖ ਇਹ ਵੀ ਕੋਈ ਧਰਮ ਦਾ ਨਹੀਂ ਹੈਗਾ ਕਿ ਇਕੱਲਾ ਸਿੱਖ ਹੀ ਕਰ ਸਕਦਾ ਹੈ ਜਾਂ ਹਿੰਦੂ ਜਾਂ ਮੁਸਲਮਾਨ, ਇਹ ਤਾਂ ਵੀ ਸਾਰਿਆਂ ਦਾ ਸਾਂਝਾ ਹੈ। ਇਵੇਂ ਰੱਬ ਸਾਰਿਆਂ ਦਾ ਸਾਂਝਾ ਹੈ। ਧਰਮ ਵੱਖਰੇਵਾਂ ਇਸ ਕਰਕੇ ਲਿਆ ਕਿ ਕੁਝ ਸਮੇਂ ਦੀਆਂ ਲੋੜਾਂ ਤੇ ਸਮੇਂ ਦੀ ਲੋੜ ਤੋਂ ਬਾਅਦ ਜਦੋਂ ਵੀ ਅਸੀਂ ਧਾਰਮਿਕ ਦੁਨੀਆ ਦੇ ਵਿੱਚ ਜਿਹੜੇ ਧਾਰਮਿਕ ਆਗੂ ਆਏ, ਆਪਣੇ ਧਰਮ ਨੂੰ ਜਾਂ ਇਕੱਲੇ ਧਰਮ ਨੂੰ ਪ੍ਰਚਾਰਨ ਦਾ ਯਤਨ ਕੀਤਾ, ਉਹਨਾਂ ਨੇ ਵੇਖਿਆ ਕਿ ਪਹਿਲਾਂ ਇਹ ਵੇਖੋ ਸੰਸਾਰ ਦੇ ਲੋਕ ਕਰਦੇ ਕੀ ਪਏ ਨੇ, ਸੰਸਾਰ ਦੇ ਲੋਕ ਕੀ ਕਰਦੇ ਪਏ ਨੇ। ਸਾਰਾ ਸੰਸਾਰ ਭੋਜਨ ਛਕਦਾ ਹੈ, ਕਹਿੰਦੇ ਹੁਣ ਇੱਕ ਕਰਮ ਕਰ ਦਿਓ, ਜੇ ਤੁਸੀਂ ਪ੍ਰਸਿੱਧ ਹੋਣਾ ਚਾਹੁੰਦੇ ਹੋ ਰੋਟੀ ਛੱਡ ਦਿਓ। ਸਾਰਾ ਸੰਸਾਰ ਰੋਟੀ ਖਾਂਦਾ ਹੈ, ਪ੍ਰਸਿੱਧ ਹੋਣ ਵਾਸਤੇ ਤੁਸੀਂ ਕੀ ਰੋਟੀ ਛੱਡ ਦਿਓ, ਭੋਜਨ ਛੱਡ ਦਿੱਤਾ, ਉੱਥੋਂ ਫਿਰ ਇਹ ਕਰਮ ਪ੍ਰਸਿੱਧ ਹੋ ਗਿਆ। ਫਿਰ ਹੌਲੀ ਕੁਝ ਲੋਕਾਂ ਨੇ ਕਿਹਾ ਵੀ ਲੋਕੀ ਸਰੀਰ ਦੀ ਸੁਚਮਤਾ ਵਾਸਤੇ ਇਸ਼ਨਾਨ ਕਰਦੇ ਨੇ, ਸਰੀਰ ਨੂੰ ਸਵੱਛ ਕਰਦੇ ਨੇ। ਕੁਝ ਲੋਕਾਂ ਨੇ ਆਖਿਆ ਵੀ ਨਹੀਂ, ਕੁਝ ਢੰਗ ਇਹੋ ਜਿਹਾ ਬਣਾਈਏ ਜਿਹਦੇ ਨਾਲ ਕੁਝ ਵੱਖਰਾਪਨ ਲੱਗੇ ਤੇ ਲੋਕ ਸਾਡੇ ਨਾਲ ਛੇਤੀ ਜੁੜ ਜਾਣ। ਉਹਨਾਂ ਨੇ ਇਸ਼ਨਾਨ ਤਾਂ ਸਾਰੇ ਕਰਦੇ ਨੇ, ਜਦੋਂ ਆਪਾਂ ਸਵਾਹ ਦਾ ਇਸ਼ਨਾਨ ਕਰਦੇ ਆ, ਮਿੱਟੀ ਦਾ ਇਸ਼ਨਾਨ ਕਰਦੇ ਆ, ਉਹਨਾਂ ਨੇ ਉਹ ਕਰਮ ਕਰ ਲਿਆ। ਸਰੀਰ ਨੂੰ
ਆਪਣੇ ਆਪ ਨੂੰ, ਤਨ ਨੂੰ ਢੱਕਣ ਵਾਸਤੇ ਸਾਰੇ ਸੰਸਾਰ ਦੇ ਜੀਵ ਕੱਪੜੇ ਪਾਉਂਦੇ ਨੇ, ਢੱਕਣਾ ਹੈ ਸਰੀਰ ਨੂੰ। ਤੇ ਕਹਿੰਦੇ ਨੇ ਹੁਣ ਲੋਕਾਂ ਨੇ ਕੀ ਕੀਤਾ, ਕਹਿਣ ਲੱਗੇ ਵੀ ਹੁਣ ਕੁਝ ਇਹੋ ਜਿਹਾ ਕਰਮ ਕਰੀਏ ਜਿਹਦੇ ਨਾਲ ਅਸੀਂ ਪ੍ਰਸਿੱਧ ਹੋ ਜਾਈਏ। ਫਿਰ ਉਹਨਾਂ ਨੇ ਆਪਣੇ ਸਰੀਰ ਨੂੰ ਨਗਨ ਕਰ ਦਿੱਤਾ। ਅਸਲ ਦੇ ਵਿੱਚ ਇਹ ਰੱਬ ਦੇ ਮਾਰਗ ਨਹੀਂ, ਜਾਂ ਰੱਬ ਨੂੰ ਮਿਲਣ ਵਾਸਤੇ ਨਹੀਂ, ਇਹ ਪ੍ਰਸਿੱਧੀ ਵਾਸਤੇ, ਇੱਕ ਆਪਣੇ ਆਪ ਨੂੰ ਵਿਖਾਉਣ ਵਾਸਤੇ, ਆਪਣੇ ਆਪ ਨੂੰ। ਕਿਉਂਕਿ ਜੋ ਤੁਸੀਂ ਕਰਦੇ ਹੋ, ਸਾਰਾ ਸੰਸਾਰ ਕਰਦੇ ਪਿਆ, ਉਹਦੇ ਤੋਂ ਉਲਟ ਕਰੋਗੇ, ਸਾਰਿਆਂ ਦਾ ਧਿਆਨ ਤੁਹਾਡੇ ਵੱਲ ਚਲੇ ਜਾਣਾ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਧਰਮ ਉਹ ਹੈ ਜਿਹੜਾ ਸਾਰਿਆਂ ਦਾ ਸਾਂਝਾ ਹੋਵੇ, ਸਾਰਿਆਂ ਦਾ ਇੱਕੋ ਜਿਹਾ ਹੋਵੇ, ਦਇਆ ਸਾਰੇ ਕਰ ਸਕਦੇ ਨੇ, ਧਰਮ ਸੰਤੋਖ ਦੇ ਵਿੱਚ ਸਾਰੇ ਰਹਿ ਸਕਦੇ ਨੇ। ਇਹ ਨਿਰਗੁਣ ਸਰੂਪ ਹੈ ਅਕਾਲ ਪੁਰਖ ਪਰਮਾਤਮਾ ਜੀ ਦਾ। ਕਿਉਂ? ਰੱਬ ਦਾਤਾ ਦੇ ਰਿਹਾ ਪਰ ਪਤਾ ਕਿਸੇ ਨੂੰ ਨਹੀਂ ਹੈਗਾ। ਪਰਮਾਤਮਾ ਜੀ ਸਾਨੂੰ ਭੋਜਨ ਦੇ ਰਿਹਾ ਪਰ ਪਤਾ ਕਿਸੇ ਨੂੰ ਨਹੀਂ ਹੈਗਾ। ਹੁਣ ਜੇ ਬੰਦਾ ਨਹੀਂ ਭੋਜਨ ਕਿਵੇਂ ਦਿੰਦਾ ਹੈ, ਅਸੀਂ ਇੱਕ ਬੀਜ ਦੇ ਵਿੱਚ ਬੀਜਦੇ ਹਾਂ, ਉਸ ਤੋਂ ਕਈ ਗੁਣਾ ਸਾਨੂੰ ਫਲ ਜਿਹੜਾ ਉਹਦੇ ਵਿੱਚੋਂ ਲੱਭਦਾ ਹੈ। ਇਹ ਕਿਵੇਂ ਹੋ ਸਕਦਾ? ਸਰੀਰ ਜੀਵ ਜੰਤੂ ਸੰਸਾਰ ਦੇ ਉੱਪਰ ਭੇਜੇ, ਔਰ ਉਹਨਾਂ ਦਾ ਰਹਿਣ ਬਸੇਰਾ, ਉਹਨਾਂ ਦੀ ਰਹਿਣ ਤੇ ਇਸ ਸੰਸਾਰ ਜੜੀ ਬੂਟੀਆਂ, ਦਰਖਤ, ਹੋਰ ਕਈ ਚੀਜ਼ਾਂ ਸੰਸਾਰ ਦੇ ਵਿੱਚ ਪੈਦਾ ਕੀਤੀਆਂ ਨੇ। ਜੇ ਅਸੀਂ ਆਖੀਏ ਸਰੀਰ ਸੰਸਾਰ ਦੇ ਵਿੱਚ ਆ ਗਿਆ ਤੇ ਆ ਰੁੱਖਾਂ ਦੀ ਕੀ ਲੋੜ ਸੀਗੀ, ਇਹਨਾਂ ਦਰਖਤਾਂ ਦੀ ਕੀ ਲੋੜ ਸੀਗੀ? ਆ ਦਰਖਤ ਹੀ ਸਾਨੂੰ ਆਕਸੀਜਨ ਦਿੰਦੇ ਨੇ, ਦਰਖਤ ਹੀ ਸਾਡੇ ਸਵਾਸਾਂ ਨੂੰ, ਸਾਡੇ ਫੇਫੜਿਆਂ ਨੂੰ, ਸਾਡੇ ਅੰਦਰ ਨੂੰ ਸਾਫ਼ ਕਰਦੇ ਨੇ। ਜੇ ਆਖੀਏ ਕਿ ਜੇ ਆ ਪਾਣੀ, ਜੇ ਸੰਸਾਰ ਦੇ ਵਿੱਚ ਹੀ ਸਾਨੂੰ ਰੱਬ ਜੀਆਂ ਨੇ ਭੇਜਿਆ, ਆ ਪਾਣੀ, ਆ ਧਰਤੀ, ਇਹ ਅੱਗ, ਕਦੀ ਸੋਚ ਕੇ ਵੇਖੋ, ਕੱਲੀ ਕੱਲੀ ਚੀਜ਼ ਸਾਡੀ ਲੋੜ ਹੈ। ਇਹਦੇ ਤੋਂ ਬਿਨਾ, ਇੱਕ ਤੋਂ ਬਿਨਾ ਵੀ ਜੇ ਨਾ ਹੋਵੇ ਤਾਂ ਸਾਡਾ ਗੁਜ਼ਾਰਾ ਨਹੀਂ ਹੈਗਾ। ਜੇ ਅਸੀਂ ਕਹੀਏ ਵੀ ਇਹਦੀ ਲੋੜ ਹੈ, ਜਿਵੇਂ ਕਹਿੰਦੇ ਵੀ ਕੋਈ ਮਨੁੱਖ ਸੀਗਾ, ਇੱਕ ਕਹਾਵਤ ਹੈ, ਇਹ ਨਾ ਸਮਝ ਲੈਣਾ ਕਿ ਕੋਈ ਸੱਚੀ ਮੁੱਚੀ ਕੋਈ ਹੈ, ਇੱਕ ਮਤਲਬ ਰੱਬ ਨੂੰ ਜਾਂ ਉਹਦੀ ਹੋਂਦ ਨੂੰ, ਜਿਵੇਂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ। ਜੇ ਬੰਦੇ ਦੇ ਹੱਥ ਦੇ ਵਿੱਚ ਹੋਵੇ ਤੇ ਬੰਦਾ ਸਾਰਾ ਕੁਝ ਆਪਣੇ ਹੱਥ ਦੇ ਵਿੱਚ ਹੀ ਕਰ ਲਵੇ। ਜਿਵੇਂ ਅੱਜ ਦਾ ਸਮਾਂ ਹੈ ਕਿ ਜੇ ਤੁਹਾਡਾ ਕੋਈ ਅਹੁਦੇਦਾਰ ਚੰਗੇ ਅਹੁਦੇ ਤੇ ਲੱਗਾ ਹੈ ਤੇ ਅਸੀਂ ਸਿਫਾਰਿਸ਼ ਪਾਉਣੇ ਆ ਕਿ ਬੱਚਾ ਪੜਿਆ ਤਾਂ ਘੱਟ ਹੈ, ਪਰ ਤੁਸੀਂ ਕੋਈ ਨਾ ਕੋਈ 10-20 ਰੁਪਏ ਲੈ ਕੇ ਤੇ ਇਹਦਾ ਕੋਈ ਮਸਲਾ ਹੱਲ ਕਰੋ। ਉਹ ਫਿਰ ਕੀ ਕਰਦੇ ਨੇ, ਉਹ ਸਿਫਾਰਿਸ਼ ਦੇ ਨਾਲ ਬੰਦਾ ਭਾਵੇਂ ਘੱਟ ਵੀ ਪੜਿਆ ਹੋਵੇ, ਬੰਦੇ ਦੇ ਭਾਵੇਂ ਉਸ ਯੋਗਤਾ ਦੇ ਅਨੁਸਾਰ ਜਿਮ ਨਾ ਹੋਵੇ, ਉਹਦੀ ਵਿਦਿਆ ਨਾ ਹੋਵੇ, ਪਰ ਉਹਦੇ ਪਿੱਛੇ ਸਿਫਾਰਿਸ਼ ਚੱਲ ਜਾਂਦੀ। ਕਿਉਂ? ਕਿਉਂਕਿ ਉਹਦਾ ਆਪਣਾ ਕੋਈ ਰਿਸ਼ਤੇਦਾਰ ਪਹਿਲਾਂ ਉੱਥੇ ਮੌਜੂਦ ਸੀਗਾ। ਇਵੇਂ ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ, ਜੇ ਬੰਦੇ ਦੇ ਹੱਥ ਦੇ ਵਿੱਚ ਹੁੰਦਾ ਨਾ, ਇਹਨੇ ਤਾਂ ਆਮ ਲੋਕਾਂ ਨੂੰ ਦੂਜਿਆਂ, ਕਿਉਂਕਿ ਜੇ ਹਿੰਦ ਵਾਲਾ ਆ ਜਾਂਦਾ ਤਾਂ ਉਹਨੇ ਆਖਣਾ ਨਹੀਂ, ਸਾਰਾ ਕੁਝ ਸਾਡੇ ਧਰਮ ਵਾਲ ਨੂੰ ਮਿਲਣਾ ਚਾਹੀਦਾ ਹੈ। ਜਿਵੇਂ ਇਸਲਾਮ ਧਰਮ, ਕਹਿੰਦੇ ਵੀ ਖੁਦਾ ਦੀ ਮਰਜ਼ੀ ਇਹ ਹੈ ਵੀ ਸਾਰੇ ਮੁਸਲਮਾਨ ਬਣ ਜਾਣ, ਮਰਜ਼ੀ। ਇਸ ਕਰਕੇ ਉਹਨਾਂ ਨੂੰ ਭਾਵੇਂ ਤਲਵਾਰ ਨਾਲ ਵੱਢਣਾ ਪਵੇ, ਭਾਵੇਂ ਉਹਨਾਂ ਨੂੰ ਡਰਾਉਣਾ ਪਵੇ। ਔਰੰਗਜ਼ੇਬ ਦਾ ਕੰਮ ਹੀ ਇਹ ਸੀਗਾ, ਉਹ ਕਹਿੰਦਾ ਸੀ ਵੀ ਸਾਰਿਆਂ ਨੂੰ ਕੋਸ਼ਿਸ਼ ਕਰੋ ਇਹਨਾਂ ਨੂੰ ਕੋਈ ਮੁਸਲਮਾਨ ਬਣ ਜਾਓ, ਫਿਰ ਉਹ ਵੱਢ ਦਿੰਦਾ ਸੀ ਜਿਹੜਾ ਨਹੀਂ ਮੰਨਦਾ ਸੀ। ਕਿਉਂ? ਇਹ ਖੁਦਾ ਦਾ ਕੰਮ ਹੈ, ਇਹ ਖੁਦਾ ਦਾ ਕੰਮ ਥੋੜਾ ਹੈ ਸੰਸਾਰ ਦੇ ਵਿੱਚ ਭੇਜ ਕੇ ਤੇ ਸਾਨੂੰ ਫਿਰ ਆਪਣੇ ਇਹਨਾਂ ਧਰਮਾਂ ਦੇ ਵਿੱਚ ਪਾ ਕੇ ਤੇ ਲੜਾ ਦੇਵੇ। ਉਹ ਰੱਬ ਥੋੜੀ ਹੋਇਆ, ਫਿਰ ਉਹ ਤੋਂ ਬੰਦੇ ਨਾਲੋਂ ਵੀ ਗਿਰਿਆ ਹੋਇਆ ਹੈ। ਉਹ ਰੱਬ ਫਿਰ ਚੰਗਾ ਕਿਉਂ ਹੋਇਆ? ਅਜੇ ਤਾਂ ਬੰਦਾ ਵੀ ਦਇਆ ਕਰ ਲੈਂਦਾ ਹੈ। ਤੇ ਜੇ ਮਾਂ ਦੇ ਵਿੱਚ ਸਾਨੂੰ ਰੱਬ ਨੇ ਸਾਨੂੰ ਭੇਜ ਕੇ ਫਿਰ ਇਹ ਸੰਸਾਰ ਦੇ ਵਿੱਚ ਸਾਡੀ ਨਰਕ ਭਰੀ ਜ਼ਿੰਦਗੀ ਸਾਨੂੰ ਬਣਾਉਣੀ ਸੀ, ਤੇ ਫਿਰ ਉਹ ਰੱਬ ਚੰਗਾ ਨਹੀਂ ਹੈਗਾ। ਆਪੇ ਭੇਜ ਕੇ, ਆਪੇ ਸਾਨੂੰ ਦੁੱਖ ਦੇ ਕੇ ਤੇ ਆਪੇ ਕਹਿੰਦਾ ਮੇਰੇ ਅੱਗੇ ਅਰਦਾਸ ਕਰੋ, ਮੈਂ ਤੁਹਾਨੂੰ ਸੁੱਖ ਦੇ ਦਾਂਗਾ। ਇਹ ਰੱਬ ਦੀ ਕੁਆਲਿਟੀ ਹੈ। ਇੱਕ ਧੋਖਾ ਧੜੀ ਹੋ ਗਈ ਨਾ, ਕਿ ਸਾਨੂੰ ਆਪੇ ਰੱਬ ਸੰਸਾਰ ਦੇ ਵਿੱਚ ਭੇਜ ਕੇ ਆਂਦਾ ਹੈ। ਤੇ ਸੋ ਉਹ ਮਨੁੱਖ ਕਹਿੰਦਾ ਵੀ ਰੱਬ ਨਾ ਕਿਤੇ ਛਾਵੇਂ ਬਹਿ ਗਿਆ, ਕਹਿੰਦੇ ਉਹ ਬੰਦਾ, ਤੇ ਉਹ ਕਹਿੰਦਾ ਵੀ ਰੱਬ ਵੀ ਉਲਟ ਕਰਦਾ, ਉਹਨੂੰ ਅਕਲ ਨਹੀਂ ਹੈਗੀ। ਰੱਬ ਜਿਹੜਾ ਉਹਨੂੰ ਕੋਈ ਬਹੁਤਾ ਸਿਆਣਾ ਨਹੀਂ ਹੈਗਾ,
ਮੰਨ ਤਾਂ ਰਿਹਾ ਹੈ ਰੱਬ ਦੀ ਹੋਂਦ ਨੂੰ, ਪਰ ਉਹਦੇ ਕਰਮਾਂ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਹੈ। ਜਿਵੇਂ ਆਪਾਂ ਅੱਜ ਵੀ ਆਪਾਂ ਕਹਿ ਦਿੰਦੇ ਆ ਵੀ ਨਹੀਂ ਰੱਬ ਨੇ ਨਾ ਕੁਝ ਮਾੜਾ ਹੀ ਕੀਤਾ ਹੈ, ਰੱਬ ਨੇ ਆ ਚੰਗਾ ਨਹੀਂ ਕੀਤਾ, ਇਦਾਂ ਕਰ ਦਿੰਦਾ ਰੱਬ। ਪਰ ਕੁਝ ਸਮੇਂ ਬਾਅਦ ਹੀ ਜਿਹੜੀ ਰੱਬ ਦੀ ਹੋਂਦ ਹੁੰਦੀ, ਜਿਹੜੀ ਰੱਬ ਵੱਲੋਂ ਬਣਾਈ ਹੋਈ ਚੀਜ਼ ਹੁੰਦੀ, ਉਹ ਕਿੰਨਾ ਸਮਾਂ ਤੱਕ ਚੱਲਦੀ ਰਹਿੰਦੀ ਹੈ। ਜੋ ਵੱਲੋਂ ਬਣਾਇਆ ਹੋਇਆ ਧਾਰਮਿਕ ਕਾਨੂੰਨ ਜਾਂ ਕੋਈ ਵੀ ਕਰਮ ਹੁੰਦਾ ਹੈ, ਉਹ ਥੋੜਾ ਕੁ ਸਮਾਂ ਚੱਲਦਾ, ਬਾਅਦ ਵਿੱਚ ਲੋਕ ਆਕੀ ਹੋ ਜਾਂਦੇ ਨੇ, ਉਹਦੇ ਤੋਂ ਅੱਕ ਜਾਂਦੇ ਨੇ ਵੀ ਸਾਡੇ ਤੋਂ ਇਹ ਕੰਮ ਨਹੀਂ ਹੁੰਦਾ, ਸਾਡੇ ਤੋਂ ਇਹ ਕੰਮ ਨਹੀਂ ਹੁੰਦਾ। ਪਰ ਜੋ ਰੱਬ ਨੇ ਬਣਾਇਆ ਹੁੰਦਾ ਉਹ ਲੋਕ ਸਦੀਵੀ ਮੰਨਦੇ ਰਹਿੰਦੇ ਨੇ। ਇਸ ਕਰਕੇ ਸੋ ਕਹਿਣ ਲੱਗੇ ਉਹ ਸੁੱਤਾ ਪਿਆ ਸੀ ਤੇ ਕਹਿੰਦੇ ਅੰਬ ਦੇ ਥੱਲੇ ਜਾ ਕੇ ਸੌਂ ਗਿਆ। ਤੇ ਉਹ ਕਹਿੰਦਾ ਵੀ ਥੱਲੇ ਜਿਹੜੀ ਵੇਲ ਸੀ ਉਹਨੂੰ ਬਹੁਤ ਵੱਡਾ ਤਰਬੂਜ ਲੱਗਾ ਸੀ, ਉੱਪਰ ਕਹਿੰਦੇ ਅੰਬ ਲੱਗੇ ਸੀਗੇ। ਤੇ ਉਹ ਕਹਿੰਦਾ ਕਿ ਰੱਬ ਕੋਈ ਬਹੁਤਾ ਸਿਆਣਾ ਨਹੀਂ ਹੈਗਾ, ਕਿਵੇਂ ਕਮਲੀਆਂ ਮਾਰਦਾ ਹੈ। ਰੱਬ ਨੇ ਕੁਝ ਕਮਲੇ ਕੰਮ ਕੀਤੇ ਨੇ ਜਿਹੜੇ ਇਨਸਾਨ ਦੇ ਬਰਾਬਰ ਨਹੀਂ ਕਰ ਸਕਦੇ, ਜਾਂ ਇਨਸਾਨ ਦੇ ਕੰਮ ਨਹੀਂ ਹੈਗੇ, ਉਹ ਵੀ ਰੱਬ ਨੇ ਕੰਮ ਇਹੋ ਜਿਹੇ ਕੀਤੇ ਹੋਏ ਨੇ। ਕਹਿੰਦਾ ਵੀ ਇੱਕ ਛੋਟੀ ਜੀ ਵੇਲ ਹੈ, ਉਹਨੂੰ ਐਡਾ ਵੱਡਾ ਤਰਬੂਜ ਲਾ ਛੱਡਾ ਹੈ, ਤੇ ਜਿਹੜਾ ਐਡਾ ਦਰਖਤ ਉਹਨੂੰ ਨਿੱਕੇ ਨਿੱਕੇ ਅੰਬ ਲਾ ਛੱਡੇ। ਤੋ ਏਦਾਂ ਤਰਕ ਕਰਦਾ ਕਰਦਾ ਜਦੋਂ ਦਿਮਾਗ ਦੇ ਉੱਤੇ ਭਾਰ ਪਿਆ, ਦਿਮਾਗ ਥੱਕ, ਉਹਨੂੰ ਨੀਂਦ ਆ ਗਈ। ਨੀਂਦ ਆਈ ਤੇ ਕਹਿੰਦੇ ਵੀ ਉੱਪਰੋਂ ਕਿਤੇ ਹਵਾ ਚੱਲੀ ਤੇ ਉਹ ਉੱਤੋਂ ਅੰਬ ਆਣ ਕੇ ਉਹਦੇ ਨੱਕ ਤੇ ਆਣ ਕੇ ਵੱਜਾ। ਉਹ ਜਦੋਂ ਉਹਦੇ ਨੱਕ ਤੇ ਆਣ ਕੇ ਵੱਜਾ ਤੇ ਉਸੇ ਅੰਬ ਨੂੰ ਫੜ ਕੇ ਤੇ ਹੱਥ ਦੇ ਵਿੱਚ, ਤੇ ਨਾਲੇ ਤਰਬੂਜ ਵੱਲ ਵੇਖਦਾ, ਨਾਲੇ ਉਸ ਅੰਬ ਵੱਲ ਵੇਖਦਾ, ਤੇ ਨਾਲੇ ਰੱਬ ਦੀ ਹੋਂਦ ਨੂੰ ਕਹਿੰਦਾ ਵੀ ਕਹਿੰਦਾ ਵਾਹ ਰੱਬਾ, ਇਨਸਾਨ ਜਿਹੜਾ ਹੈ ਉਹ ਆਪਣੀ ਮਨ ਮਰਜ਼ੀ ਦੇ ਅਨੁਸਾਰ ਚਾਹੁੰਦਾ ਕਿ ਜੋ ਕਿਹਾ ਹੈ ਏਦਾਂ ਹੋਣਾ ਚਾਹੀਦਾ ਸੀ। ਕੁਝ ਸਮਾਂ ਪਹਿਲਾਂ ਮੈਂ ਕਹਿ ਰਿਹਾ ਸੀ ਕਿ ਰੱਬ ਨੇ ਗਲਤ ਕੀਤਾ, ਇੱਕ ਛੋਟੀ ਜੀ ਵੇਲ ਦਾ ਵੱਡਾ ਤਰਬੂਜ ਲਾ ਦਿੱਤਾ, ਤੇ ਦਰਖਤ ਅੰਬ ਦਾ ਇੰਨਾ ਉੱਚਾ ਇੰਨਾ ਵੱਡਾ ਸੀ, ਛੋਟਾ ਜਿਹਾ ਅੰਬ ਲਾ ਦਿੱਤਾ। ਤੇ ਕਹਿੰਦਾ ਵੀ ਜੇ ਕਿ ਤਰਬੂਜ ਲੱਗਾ ਹੁੰਦਾ ਇਸ ਪੇੜ ਨੂੰ ਤੇ ਮੇਰੇ ਨੱਕ ਦੇ ਉੱਪਰ ਆਣ ਕੇ ਵੱਜਦਾ ਤੇ ਮੇਰਾ ਤਾਂ ਸਾਰਾ ਨੱਕ ਹੀ ਫਿਸ ਜਾਣਾ ਸੀਗਾ। ਸੋ ਇਸੇ ਕਰਕੇ ਜੋ ਰੱਬ ਦੀ ਹੋਂਦ ਉਹ ਸਦੀਵ ਹੈ, ਜੋ ਬੰਦੇ ਨੇ ਬਣਾਈ ਹੈ ਦਇਆ ਸਦੀਵ ਹੈ। ਇਹ ਕੋਈ ਧਾਰਮਿਕ ਕਰਮ ਨਹੀਂ ਹੈਗਾ ਦਇਆ। ਜੇ ਅਸੀਂ ਆਖੀਏ ਕਿ ਧਾਰਮਿਕ ਕਰਮ ਹੈ, ਜੇ ਧਾਰਮਿਕ ਕਰਮ ਹੈ, ਕਿਉਂਕਿ ਧਾਰਮਿਕ ਕਰਮ ਸਾਡੇ ਇੱਕ ਹੀ ਹੈਗੇ, ਵੱਖਰੇ ਨੇ, ਇੱਕ ਧਰਮ ਦਾ ਕਰਮ ਵੱਖਰਾ ਹੈ। ਸੋ ਜਿਹੜੀ ਦਇਆ ਹੈ, ਸੰਤੋਖ ਹੈ, ਸਬਰ ਹੈ, ਪ੍ਰੇਮ ਸਾਰਿਆਂ ਦਾ ਧਰਮ ਹੈ। ਹਰ ਇੱਕ ਧਰਮ ਹੈ, ਪ੍ਰੇਮ ਸਾਰਿਆਂ ਦਾ ਹੈ। ਕੋਈ ਜਾਤੀ ਜਾਂ ਸਰੀਰ ਜਾਂ ਭਾਵਨਾ ਜਾਂ ਲਿੰਗ ਪੁਲਿੰਗ ਨਹੀਂ ਦੇਖਦਾ, ਇਹ ਤਾਂ ਸਾਰਿਆਂ ਦਾ ਹੈ। ਪਰ ਇਹਦਾ ਇਸਤੇਮਾਲ ਜਿਹੜਾ ਕਰਿਆ ਜਾ ਰਿਹਾ ਹੈ ਉਹ ਗਲਤ ਹੈ। ਭਾਵਨਾ, ਪ੍ਰੇਮ, ਸਤਿਕਾਰ ਅਸੀਂ ਸਾਰਿਆਂ ਨਾਲ ਕਰਨਾ ਹੈ, ਪਰ ਜਿਹੜਾ ਇਹਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਉਹ ਗਲਤ ਹੈ। ਉਹਦੇ ਰਾਹੀਂ ਅਸੀਂ ਸੰਸਾਰ ਦੇ ਆਪਣੇ ਰਿਸ਼ਤੇ ਜਿਹੜੇ ਨੇ ਸੰਸਾਰ ਦੇ ਵਿੱਚ ਪਵਿੱਤਰ ਮੰਨਿਆ ਜਾਂਦਾ ਸੀ, ਅੱਜ ਉਹੀ ਸਰੀਰ ਅਪਵਿੱਤਰ ਮੰਨਿਆ ਜਾਂਦਾ ਹੈ। ਕਰਤੂਤ ਪਸ਼ੂ ਮਾਨਸ ਜਾਤ ਮਨੁੱਖਾ ਸਰੀਰ ਦੇ ਵਿੱਚ ਆ ਗਿਆ, ਪਰ ਕਰਤੂਤਾਂ ਪਸ਼ੂਆਂ ਵਾਲੀਆਂ ਨੇ। ਗੁਣ ਸਰੂਪ ਜਿਹੜਾ ਹੈ ਉਹ ਹੈ ਅੰਦਰ ਆਤਮੇ, ਕਿ ਪਰਮਾਤਮਾ ਜੀ ਜੇ ਰੱਬ ਦਇਆ ਕਰਦਾ ਹੈ ਅਸੀਂ ਦਇਆ ਕਰਾਂਗੇ। ਸਾਡੀ ਨਿਰਗੁਣ ਸਰੂਪ ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਲਤਾ ਹੁੰਦੀ। ਜੇ ਸਾਰੇ ਸੰਸਾਰ ਦੇ ਲੋਕ ਰੱਬ ਦੀ ਭਾਖਿਆ ਜਿਹੜੀ ਹੈ ਉਹ ਬੜੀ ਮਿੱਠੀ ਹੈ, ਮਿੱਠਾ ਬੋਲਣਾ ਹੈ, ਤੇ ਜਿਹੜਾ ਬੰਦਾ ਮਿੱਠਾ ਬੋਲਦਾ ਹੈ ਉਹ ਵੀ ਰੱਬ ਦੇ ਨਾਲ ਉਹਦੇ ਗੁਣ ਮੇਲ ਖਾਂਦੇ ਨੇ। ਸੰਸਾਰ ਦੇ ਵਿੱਚ ਪ੍ਰੇਮ ਜਿਹੜਾ ਹੈ ਪਰਮਾਤਮਾ ਜੀ ਦਾ ਮਾਰਗ ਹੈ, ਕਿਉਂਕਿ ਉਹ ਸਾਨੂੰ ਫਸਾਜ ਕੇ ਤੇ ਜੇ ਸਾਨੂੰ ਹੀ ਆਣ ਕੇ ਦੇਣ ਲੱਗ ਪਵੇ ਤੇ ਅਸੀਂ ਕਿਹਦੇ ਅੱਗੇ ਅਰਦਾਸ ਕਰਾਂਗੇ। ਇਸ ਕਰਕੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਸਾਡੀਆਂ ਵਸਤੂਆਂ ਦਾ ਇੰਤਜ਼ਾਮ ਕੀਤਾ ਗਿਆ ਰੱਬ ਵੱਲੋਂ। ਸਾਡੇ ਲਈ ਇਹ ਅਗਨੀ, ਪਾਣੀ, ਹਵਾ, ਸਾਰਾ ਕੁਝ, ਆਕਸੀਜਨ ਪਰਮਾਤਮਾ ਜੀਆਂ ਨੇ ਸਾਨੂੰ ਦਿੱਤਾ। ਉਹਦੇ ਵਾਸਤੇ ਸਦੀਵ ਕਾਲ ਸਾਨੂੰ ਰੁੱਖ ਤੇ ਇੱਕ ਰੁੱਖ ਤੇ ਕਈ ਰੁੱਖ ਸਾਨੂੰ ਮਿਲ ਜਾਂਦੇ ਨੇ ਅੱਗੇ। ਸ੍ਰਿਸ਼ਟੀ ਆਪਣੇ ਆਪ, ਕੁਦਰਤ ਆਪਣੇ ਆਪ ਪੈਦਾ ਕਰਦੀ ਹੈ, ਸਭ ਪੈਦਾ ਹੋ ਰਹੀ। ਜੇ ਇਹਨਾਂ ਦੇ ਰਾਹੀਂ ਪਰਮਾਤਮਾ ਨੂੰ ਲੱਭਾਂਗੇ ਤੇ ਕੋਈ ਬਹੁਤਾ ਔਖਾ ਨਹੀਂ ਹੈਗਾ। ਪਰ ਜਦੋਂ ਅਸੀਂ ਬਾਹਰੀ ਤੌਰ ਤੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰਾਂਗੇ, ਉਹਦੇ ਲਈ ਸਾਨੂੰ ਚਿੰਨ੍ਹ ਪਾਉਣੇ ਪੈਣਗੇ, ਉਹਦੇ ਲਈ ਸਾਨੂੰ ਧਾਰਮਿਕ ਕਰਮ ਕਰਨੇ ਪੈਣਗੇ, ਕਿ ਸਾਨੂੰ ਮਾਲਾ ਪਾਉਣੀ ਪਵੇਗੀ, ਮੱਥੇ ਦੇ ਉੱਪਰ ਤਿਲਕ ਲਾਉਣਾ ਪਏਗਾ, ਜਾਂ ਸਾਨੂੰ ਇਸ਼ਨਾਨ ਕਰਨੇ ਪੈਣਗੇ ਠੰਡੇ ਪਾਣੀਆਂ ਦੇ ਵਿੱਚ, ਜਾਂ ਸਾਨੂੰ ਸਰੀਰ ਦੇ ਉੱਪਰ ਸਵਾਹ ਮਲਣੀ ਪਏਗੀ, ਸਾਡੀ ਜ਼ਿੰਦਗੀ ਬਣ ਜਾਏਗੀ।
ਪਰ ਜੇ ਅਸੀਂ ਨਿਰਗੁਣ ਸਰੂਪ ਦੇ ਸੰਤੋਖ, ਸਬਰ, ਦਇਆ ਉਹ ਕਰਾਂਗੇ, ਉਹਦੇ ਨਾਲ ਨਰਕ ਨਹੀਂ ਬਣਦਾ, ਬੰਦੇ ਦਾ ਸਵਰਗ ਬਣ ਜਾਂਦਾ ਹੈ, ਸਰੀਰ ਸਾਫ਼ ਹੋ ਜਾਂਦਾ ਹੈ, ਮਤ ਸਾਫ਼ ਹੋ ਜਾਂਦੀ। ਤੇ ਸਤਿਗੁਰੂ ਜੀ ਕਹਿੰਦੇ ਨੇ ਨਿਰਗੁਣ ਆਪ ਸਰਗੁਣ ਪੀਓਹੀ, ਦੇ ਵਿੱਚ ਆਪੇ ਕਲਾ ਧਾਰ ਜਿਨ ਸਗਲੀ ਮੋਹੀ। ਮੋਹੀ ਤੋਂ ਅਰਥ ਹੁੰਦਾ ਹੈ ਕਿ ਬੰਦਾ ਆਕੀ ਹੋ ਗਿਆ ਰੱਬ ਤੋਂ, ਪਰ ਕਹਿੰਦੇ ਨੇ ਆਕੀ ਹੋਣ ਦੇ ਬਾਵਜੂਦ ਵੀ ਇਹਨੂੰ ਮਰਨਾ ਹੀ ਪੈਂਦਾ ਹੈ। ਕਲਾ ਧਾਰ ਜਿਨ ਸਗਲੀ ਮੋਹੀ, ਮੋਹੀ ਤੋਂ ਭਾਵ ਹੁੰਦਾ ਹੈ ਕਿ ਬੰਦਾ ਮਰਨਾ ਨਹੀਂ ਚਾਹੁੰਦਾ ਪਰ ਇਹਨੂੰ ਮਰਨਾ ਪੈਂਦਾ ਹੈ। ਬੰਦਾ ਮੌਤ ਨੂੰ ਆਂਦਾ ਨਹੀਂ ਕਿ ਮੌਤ ਮੈਨੂੰ ਆਵੇ, ਅਸੀਂ ਤਾਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ ਸਾਡੇ ਉੱਤੇ ਵਡੇਪਾ ਆ ਜਾਵੇ। ਅਸੀਂ ਕੀ ਕਰਦੇ ਹਾਂ ਜਦੋਂ ਵਡੇਪਾ ਆ ਜਾਵੇ ਤੇ ਉਹ ਜਿਹੜੇ ਕਹਿੰਦੇ ਨਾ ਅਸੀਂ ਬਾਬੇ ਨੂੰ ਮੰਨਦੇ ਹਾਂ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ, ਉਹ ਵੀ ਦਾੜੀ ਕਾਲੀ ਕਰਨ ਲੱਗ ਪੈਂਦੇ ਵੀ ਮੈਂ ਬਜ਼ੁਰਗ ਨਾ ਦਿਸਾਂ ਕਦੇ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਜੀ। ਮੰਨਦੇ ਹੋ ਠੀਕ ਹੈ, ਪਰ ਦਾੜੀ ਕਾਲੀ ਕਿਉਂ ਕਰਦੇ ਹੋ? ਇਹ ਤੋਂ ਥੋੜਾ ਜਿਹਾ ਕਿਉਂਕਿ ਆਪਣੇ ਆਪ ਨੂੰ ਬਜ਼ੁਰਗ ਵਿਖਾਉਣਾ ਨਹੀਂ, ਪਰ ਕੁਦਰਤ ਨੇ ਵਿਖਾ ਦਿੱਤਾ। ਇਸ ਕਰਕੇ ਮਹਾਰਾਜ ਨੇ ਸੰਸਾਰ ਦੇ ਵਿੱਚ ਭੇਜਿਆ, ਸਗਲੀ ਮੋਹੀ ਹੈ ਉਹਦੇ ਹੁਕਮ ਦੇ ਵਿੱਚ ਹੀ। ਕਿੰਨਾ ਕੁ ਚਿਰ ਭੱਜ ਲਾਂਗੇ, ਕਿੰਨਾ ਕੁ ਚਿਰ ਕਾਲੀ ਕਰ ਲਵਾਂਗੇ ਦਾੜੀ, ਕਿੰਨਾ ਕੁ ਚਿਰ ਸਿਰ ਦੇ ਕੇਸ ਜਿਹੜੇ ਕਾਲੇ ਕਰ ਲਵਾਂਗੇ। ਸਾਡੇ ਸਰੀਰ ਨੂੰ ਅੰਗ ਅੰਗ ਦੱਸ ਦੇ, ਸਾਡਾ ਮਾਸ ਦੱਸ ਦੇਗਾ, ਸਾਡੇ ਸਰੀਰ ਦੀ ਚਮੜੀ ਦੱਸ ਦੇਗੀ ਵੀ ਉਮਰ ਬਹੁਤੀ ਹੈ, ਬਸ ਲਕਾ ਕੀਤਾ ਜਾ ਰਿਹਾ ਹੈ, ਲਕਾ ਕੀਤਾ ਜਾ ਰਿਹਾ। ਸੋ ਇਸ ਕਰਕੇ ਪ੍ਰਮਾਤਮਾ ਜੀ ਨੇ ਧਾਰ ਜਿਨ ਸਗਲੀ ਮੋਹੀ, ਸਾਰੇ ਸੰਸਾਰ ਨੂੰ ਚ ਕੀਤਾ ਹੋਇਆ ਹੈ, ਸਾਰੀ ਸੰਸਾਰ ਦੇ ਜੀਵਾਂ ਨੂੰ। ਤੇ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਪ੍ਰਭ ਆਪ ਬਣਾਏ। ਇਹ ਜਿਹੜੇ ਚਰਿੱਤ ਰਚੇ ਨੇ ਨਾ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਨੇ, ਧਰਤੀ ਥੋੜੀ ਜੀ, ਪਾਣੀ ਜ਼ਿਆਦਾ, ਹੋਰ ਕਈ ਕੁਛ, ਆਕਾਸ਼ ਕਿਸ ਤਰ੍ਹਾਂ ਖੜਾ ਹੈ, ਕੋਈ ਥੰਮ ਨਹੀਂ, ਕੋਈ ਥੰਮੀ ਨਹੀਂ, ਕੋਈ ਉਹਨੂੰ ਪਿੱਲਰ ਨਹੀਂ ਦਿੱਤਾ ਹੋਇਆ। ਕਦੀ ਤਾਰੇ ਆ ਜਾਂਦੇ ਨੇ, ਕਦੀ ਸੂਰਜ ਚਮਕਣ ਲੱਗ ਪੈਂਦਾ, ਕਦੀ ਚੰਦ ਚਮਕਣ ਲੱਗ ਪੈਂਦਾ ਹੈ, ਕਈ ਕੁਛ ਹੋ ਰਿਹਾ ਹੈ। ਪਰ ਕਹਿੰਦੇ ਨੇ ਆਪਣੇ ਚਰਿਤ ਪ੍ਰਭ ਆਪ ਬਣਾਏ, ਉਹਨੇ ਆਪੇ ਬਣਾਏ ਨੇ, ਉਹਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਵੀ ਆ ਕਰਮ, ਇਹ ਕਰਮ ਕਰ। ਇਹ ਤਾਂ ਨੇ ਆਖਿਆ ਨਹੀਂ ਹੁਣ ਅੱਜ ਮੰਗਲ ਹੈ, ਅੱਜ ਸ਼ਨੀ ਗ੍ਰਹਿ ਚੜ ਗਿਆ ਕਿਸੇ ਦੇ ਸਰੀਰ ਦੇ ਉੱਪਰ, ਕਿਸੇ ਦੇ ਉੱਪਰ ਚੜ ਗਿਆ, ਅੱਜ ਸ਼ਨੀ ਦਾ ਵਾਰ ਹੈ, ਅੱਜ ਕਿਸੇ ਦੇ ਉੱਤੇ ਸ਼ਨੀ ਦੀ ਕਰੋਪੀ ਹੋ, ਅੱਜ ਕਿਸੇ ਦੇ ਉੱਪਰ ਮੰਗਲ ਦੀ ਕਰੋਪੀ ਹੋ ਗਈ। ਇਥੋਂ ਤੱਕ ਕਿ ਦੇਵੀ ਦੇਵਤਿਆਂ ਨੇ ਦਿਨ ਵੀ ਆਪਣੇ ਮੰਨ ਲਏ ਵੀ ਹਾਂ ਇਹ ਦੇਵੀ ਦੇਵਤੇ ਦਾ ਦਿਨ ਹੈ। ਦਿਨ ਤਾਂ ਧਾਰਮਿਕ ਲੋਕਾਂ ਦੇ ਕੋਈ ਦਿਨ ਥੋੜਾ ਹੁੰਦੇ, ਹੁਣ ਥਿੱਤਾਂ ਵਾਰਾਂ ਨੂੰ ਪੂਜਣ ਲੱਗ ਪਏ, ਫਿਰ ਤਾਂ ਸਾਡਾ ਰੱਬ ਪੂਜਿਆ ਗਿਆ, ਫਿਰ ਤਾਂ ਨਾ ਸਾਨੂੰ ਥਿੱਤ ਲੱਭਣੀ ਹੈ ਨਾ ਵਾਰ ਲੱਭਣੀ ਹੈ, ਉਹਨੇ ਚਿਰ ਨੂੰ ਭਾਵੇਂ ਸਵਾਸ ਨਿਕਲ ਜਾਣ। ਇਸ ਕਰਕੇ ਉਹਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ, ਉਹਨੇ ਆਪ ਹੀ ਬਣਾਏ ਨੇ। ਆਪਣੀ ਕੀਮਤ ਆਪੇ ਪਾਏ, ਆਪਣੀ ਕੀਮਤ ਉਹ ਆਪੇ ਜਾਣਦਾ, ਅਸੀਂ ਉਹਦੀ ਕੀਮਤ ਨਹੀਂ ਪਾ ਸਕਦੇ। ਕਿਉਂ? ਮਹਾਰਾਜ ਕਹਿੰਦੇ ਨੇ ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਹੀ ਉਹ ਕੰਡਾ ਹੈ। ਇੱਕ ਕੰਡਾ ਹੁੰਦਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹੜਾ ਸਾਹਮਣੇ ਇਲੈਕਟ੍ਰਿਕ ਤਰੀਕੇ ਨਾਲ ਜਾਂ ਹੋਰ ਤਰੀਕੇ ਨਾਲ, ਇਹ ਕੰਡਾ ਸੂਈ ਹੈ। ਤੱਕੜੀ ਦੇ ਵਿੱਚ ਜਿਹੜੀ ਸੂਈ ਹੁੰਦੀ ਨਾ, ਲੇਵਲ ਜਿਹਨੂੰ ਕਹਿੰਦੇ ਨੇ, ਬਰਾਬਰਤਾ ਕਰਨ ਵਾਲਾ। ਕਹਿੰਦੇ ਰੱਬ ਆਪੇ ਕੰਡਾ ਆਪ ਤਰਾਜੀ, ਤਰਾਜੀ ਦਾ ਅਰਥ ਹੁੰਦਾ ਹੈ ਤਰਾਜੂ, ਤੱਕੜੀ। ਪ੍ਰਭ ਆਪੇ ਤੋਲ ਤੁਲਾਇਆ, ਆਪੇ ਰੱਬ ਜੀਆਂ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਤੋਲ ਕੇ ਰੱਖਿਆ ਹੋਇਆ ਹੈ। ਆਪੇ ਕੰਡਾ ਆਪ ਤਰਾਜੀ, ਆਪੇ ਤੋਲ ਤੁਲਾਇਆ। ਤੇ ਕਹਿੰਦੇ ਨੇ ਆਪ ਹੀ ਅਕਾਲ ਪੁਰਖ ਪਰਮਾਤਮਾ ਜੀ ਨੇ ਧਰਤੀ ਸਾਜੀਏ, ਪਿੱਛੇ ਟੰਕ ਛੋਟਾ ਜਿਹਾ ਵੱਟਾ ਹੁੰਦਾ ਹੈ, ਉਹਦੇ ਨਾਲ ਕੰਡਾ ਜਿਹੜਾ ਹੈ ਉਹ ਲੇਵਲ ਬਣਾਇਆ ਹੁੰਦਾ ਹੈ। ਹੁਕਮ ਰੂਪੀ ਟੰਕ ਜਿਹੜਾ ਉਹ ਸਾਤਾ, ਦਿਸ ਕੋਈ ਨਹੀਂ ਰਿਹਾ, ਹੈ ਛੋਟਾ ਜਿਹਾ ਹੀ ਹੁਕਮ, ਪਰ ਉਸ ਨੇ ਸਾਰੇ ਸੰਸਾਰ ਦੇ ਇਸ ਮਾਹੌਲ ਨੂੰ, ਇਸ ਕੁਦਰਤ ਨੂੰ ਜਿਹੜਾ ਹੈ ਟਿਕਾ ਕੇ ਰੱਖਿਆ ਹੋਇਆ, ਹੁਕਮ ਦੇ ਵਿੱਚ ਚਲਾ ਕੇ ਰੱਖਿਆ ਹੋਇਆ ਹੈ। ਹਰ ਬਿਨ ਦੂਜਾ ਨਾ ਹੀ ਕੋਈ, ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲਵੇ ਵੀ ਮੈਂ ਕੁਝ ਵੀ ਕਰ ਸਕਦਾ, ਕਹਿੰਦੇ ਰੱਬ ਤੋਂ ਬਿਨਾ ਕੋਈ ਨਹੀਂ ਕਰ ਸਕਦਾ। ਹਰ ਬਿਨ ਦੂਜਾ ਨਾ ਹੀ ਕੋਈ, ਸਰਬ ਨਿਰੰਤਰ ਇੱਕੋ ਸੋਏ, ਸਾਰਿਆਂ ਦੇ ਵਿੱਚ ਅੰਤਰ ਰੂਪ ਦੇ ਵਿੱਚ ਲਗਾਤਾਰ ਉਹੀ ਵਸਦਾ ਪਿਆ ਹੈ। ਓਤ ਪੋਤ ਰਵਿਆ ਰੂਪ ਰੰਗ, ਕਹਿੰਦੇ ਨੇ ਉਹ ਜਿਹੜਾ ਤਾਣਾ ਪੇਟ ਖਿੱਚ ਕੇ ਤੇ ਉਹਦੇ ਵਿੱਚ ਧਾਗੇ ਜਿਹੜੇ ਨੇ ਉਹ ਵਲੇ ਜਾਂਦੇ ਨੇ ਤੇ ਉਹਨੂੰ ਲੰਬੇ ਕਰਦੇ ਜਾਂਦੇ ਨੇ, ਚਾਦਰ ਦਰੀ ਜੋ ਬਿਣਦੇ ਨੇ। ਕਹਿੰਦੇ ਨੇ ਤਾਣੇ ਪੇਟੇ ਵਾਂਗੂ ਇੱਕ ਦੂਜੇ ਦੇ ਇੱਕ ਦਾ ਸਹਾਰਾ ਲੈ ਕੇ ਆਪ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਇਸ ਸ੍ਰਿਸ਼ਟੀ ਨੂੰ ਬਣਾਇਆ। ਹਰੇਕ ਜੀਵ ਦਾ, ਹਰੇਕ ਵਸਤੂ ਦਾ ਇੱਕ ਦੂਜੇ ਨੂੰ ਸਹਾਰਾ ਹੈ। ਕਹਿੰਦੇ ਪੋਤ ਪੋਤ ਰਵਿਆ ਰੂਪ ਰੰਗ, ਸਾਰਿਆਂ ਦੇ ਵਿੱਚ ਪਰਮਾਤਮਾ ਰਵਿਆ, ਭੈ ਪ੍ਰਗਾਸ ਸਾਧ ਕੇ ਸੰਗ। ਇਹ ਗੱਲ ਤਾਂ ਹੀ ਜਾਣੀ ਜਾ ਸਕਦੀ ਹੈ ਜਦੋਂ ਸਾਧੂਆਂ ਦਾ ਸੰਗ, ਰੱਬ ਦੇ ਬੰਦਿਆਂ ਦਾ, ਧਾਰਮਿਕ ਲੋਕਾਂ ਦਾ ਸੰਗ ਕੀਤਾ ਜਾਵੇ। ਰਚ ਰਚਨਾ ਆਪਣੀ ਕਲ ਧਾਰੀ, ਰਚਨਾ ਰਚ ਕੇ
ਫਿਰ ਆਪਣਾ ਆਪ ਜਿਹਨੂੰ ਮਾਇਆ ਕਹਿੰਦੇ ਆਪਾਂ, ਮਾਇਆ ਰੱਬ ਦੀ ਬਣਾਈ ਹੋਈ ਹੈ, ਮਾਇਆ ਕੁਦਰਤ ਇਹ ਸਾਰਾ ਕੁਝ ਉਸੇ ਦਾ ਬਣਾਇਆ ਹੋਇਆ ਹੈ। ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ। ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਹਾਰਾਜ ਤੇਰੀ ਕੁਦਰਤ ਨੂੰ ਵੇਖ ਕੇ, ਇਹ ਤੇਰੇ ਪਸਾਰੇ ਨੂੰ ਵੇਖ ਕੇ, ਨਿਰਗੁਣ ਸਰਗੁਣ ਸਰੂਪ ਨੂੰ ਵੇਖ ਕੇ ਮੈਂ ਤੇਰੇ ਤੋਂ ਬਲਿਹਾਰ ਜਾਣਾ ਹੈ ਕਿ ਤੇਰੀ ਕੀਮਤ ਇਨਸਾਨ ਪਾਸੋਂ ਨਹੀਂ ਪਾਈ ਜਾ ਸਕਦੀ। ਇਹ ਤੇਰੇ ਬਣਾਏ ਹੋਏ ਚਰਿੱਤਰ, ਇਹਨਾਂ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ, ਸਗੋਂ ਸਾਨੂੰ ਇਹਨਾਂ ਦੇ ਅਧੀਨ ਚੱਲਣਾ ਹੀ ਪੈਂਦਾ ਹੈ। ਨਾ ਮੰਨਦੇ ਹੋਏ ਵੀ ਸਾਨੂੰ ਇਹਨਾਂ ਨੂੰ ਮੰਨਣਾ ਪੈਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਅੰਦਰ ਦਇਆ, ਸੰਤੋਖ, ਧਰਮ, ਪ੍ਰੇਮ ਭਾਵਨਾ, ਅਕਾਲ ਪੁਰਖ ਪਰਮਾਤਮਾ ਅਤੇ ਸਰੂਪ ਜੋ ਇਹਦਾ ਸਾਰੀ ਸ੍ਰਿਸ਼ਟੀ, ਉਹਦੇ ਪ੍ਰਤੀ ਸਾਨੂੰ ਵਫਾਦਾਰ ਬਣਾਵੇ, ਤਾਂ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਸਕੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।